ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 64 592 9191। ਸੋ ਆਓ ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ, ਫਿਰ ਪੜਾਅ ਦਰ ਪੜਾਅ ਅਸੀਂ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਜੀ। ਡਾਕਟਰ ਸਾਹਿਬ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ G20 ਸੰਮੇਲਨ ਜਿਹੜਾ ਹੋ ਰਿਹਾ ਹੈ ਉਹਦੇ ਚ ਜ਼ੈਲੈਂਸਕੀ ਨੂੰ ਬਾਹਰ ਰੱਖ ਕੇ ਤੇ ਪੁਤਿਨ ਨੂੰ ਬੁਲਾ ਕੇ ਵਾਲੇ ਫੈਸਲੇ ਦੇ ਉੱਤੇ ਇਤਰਾਜ਼ ਕੀਤਾ ਹੈ ਜੀ। ਜੇ ਕੋਈ ਬੱਚਾ ਇਦਾਂ ਦੀ ਗੱਲ ਕਰਦਾ ਤਾਂ ਤੁਹਾਨੂੰ ਸ਼ਾਇਦ ਸਮਝ ਆ ਜਾਣੀ ਸੀ ਜੀ, ਪਰ ਇੱਕ ਦੇਸ਼ ਦਾ ਹੈੱਡ ਹੋਵੇ ਗਵਰਨਮੈਂਟ ਦਾ, ਉਹ ਇਸ ਤਰ੍ਹਾਂ ਦੀ ਗੱਲ ਕਰੇ ਬੇਤੁਕੀ ਜੀ, ਇਹ ਤੇ ਅਫਸੋਸ ਕਰਨਾ ਚਾਹੀਦਾ ਲੋਕਾਂ ਨੂੰ ਵੀ ਇੱਕ ਬੱਚੇ ਨੂੰ ਤੁਸੀਂ ਪ੍ਰਾਈਮ ਮਿਨਿਸਟਰ ਬਣਾਇਆ ਜੀ। ਇੱਕ ਹੋਸਟ ਨੇਸ਼ਨ ਨਵੀਂ ਦਿੱਲੀ ਇੰਡੀਆ ਹੈ ਇਸ ਵੇਲੇ G20 ਦੀ ਪ੍ਰੈਜ਼ੀਡੈਂਟ ਜੀ। ਸਭ ਤੋਂ ਪਹਿਲਾਂ ਤਾਂ ਜਿਹੜੇ ਮੈਂਬਰ ਦੇਸ਼ ਆ G20 ਦੇ ਜਿੰਨੇ ਮੈਂਬਰ ਆ ਉਹਨਾਂ ਨੂੰ ਉੱਥੇ ਸੱਦਣਾ ਪੈਂਦਾ, ਚਾਹੇ ਉਹਨਾਂ ਦੇ ਨਾਲ ਸੰਬੰਧ ਹੋਣ ਚਾਹੇ ਨਾ ਹੋਣ, ਉਸ ਬੰਦੇ ਨੂੰ ਜ਼ਰੂਰ ਸੱਦਣਾ ਪੈਂਦਾ। ਤੇ ਦੂਸਰਾ, ਜਿਹੜੀ ਹੋਸਟ ਕੰਟਰੀ ਦੀ ਇਹ ਖੁੱਲ੍ਹ ਹੁੰਦੀ ਹੈ ਕਿ ਉਹ ਕਿਹੜੇ ਗੈਸਟ ਨੂੰ ਸੱਦੇ। ਜਿੱਦਾਂ ਤੁਸੀਂ ਘਰ ਦੇ ਵਿੱਚ ਕੋਈ ਪਾਰਟੀ ਕਰਨੀ ਹੋਵੇ, ਤੁਹਾਡੀ ਖੁੱਲ੍ਹ ਹੈ ਵੀ ਕਿਹੜੇ ਬੰਦੇ ਨੂੰ ਸੱਦਣਾ ਜਾਂ ਨਹੀਂ ਸੱਦਣਾ। ਸੋ ਉਹਦਾ ਫੈਸਲਾ ਨਵੀਂ ਦਿੱਲੀ ਨੇ ਕਰਨਾ, ਨਾ ਕਿ ਓਟਵਾ ਨੇ ਕਰਨਾ। ਪੁਤਿਨ ਨੂੰ ਕਿਉਂ ਸੱਦ ਰਿਹਾ? ਕਿਉਂਕਿ ਆਪਣੇ ਰਸ਼ੀਆ ਵਾਲੇ G20 ਦੇ ਮੈਂਬਰ ਹੈ ਜੀ। ਇਹਦੇ ਵਿੱਚ ਜੇ ਜਸਟਿਨ ਟਰੂਡੋ ਨੂੰ ਅਜੇ ਤਾਈਂ ਸਮਝ ਨਹੀਂ ਆਈ, ਸ਼ਾਇਦ ਕਿਸੇ ਨੂੰ ਲੈਕਚਰ ਦੇਣਾ ਚਾਹੀਦਾ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਸੁਣੋ ਜਰਾ ਇੱਕ ਗੱਲ, ਵੀ G20 ਦੇ ਮੈਂਬਰ ਪੁਤਿਨ ਹੈਗਾ ਆ, ਰਸ਼ੀਆ ਆ, ਇਸ ਕਰਕੇ ਯੂਕਰੇਨ G20 ਦੇ ਵਿੱਚ ਨਹੀਂ ਆਉਂਦਾ। ਹਾਂ, G20 ਦੇ ਹੋਰ ਕਿਸੇ ਮੁਲਕਾਂ, ਜਿੱਦਾਂ ਪਿਛਲੇ ਸਾਲ ਜਾਪਾਨ ਦੇ ਵਿੱਚ ਹੋਈ ਸੀ ਜੀ, ਉਹਨਾਂ ਨੇ ਫੈਸਲਾ ਕੀਤਾ ਅਸੀਂ ਜ਼ੈਲੈਂਸਕੀ ਨੂੰ ਸੱਦਣਾ। ਇਹ ਉਹਨਾਂ ਦੀ ਮਰਜ਼ੀ ਹੈ। ਬਿਲਕੁਲ। ਐਤਕੀ ਇੰਡੀਆ ਦੇ ਵਿੱਚ ਹੋ ਰਹੀ ਆ, ਉਹਨਾਂ ਨੇ ਕਿਹੜੇ ਬੰਦੇ ਸੱਦਣੇ, ਕਿਹੜੇ ਨਹੀਂ ਸੱਦਣੇ, ਕਿਹੜੇ ਮੁਲਕ ਸੱਦਣੇ ਆ, ਉਹਨਾਂ ਦੀ ਮਰਜ਼ੀ ਆ। G20 ਵਾਲਿਆਂ ਨੂੰ ਜ਼ਰੂਰ ਸੱਦਣਾ ਪੈਂਦਾ। ਉਹਦੇ ਵਿੱਚ ਪਾਕਿਸਤਾਨ ਦੇ ਫੋਰਨ ਮਿਨਿਸਟਰ ਆਏ ਸੀ, ਆਪਣੇ ਕੀ ਉਹਨਾਂ ਦਾ ਨਾਮ, ਬਿਲਾਲ ਭੁੱਟੋ ਆਇਆ ਸੀ। ਉਹ ਬਿਲਾਲ ਭੁੱਟੋ ਸਾਡਾ ਲੈਕਚਰ ਦੇ ਕੇ ਗਿਆ ਸਾਨੂੰ। ਜੋ ਮਰਜ਼ੀ ਕਰੇ, ਪਰ ਉਹਨਾਂ ਨੇ ਆਪਣੀ ਵਿਊ ਪੁਆਇੰਟ ਦਿੱਤੀ ਆ, ਉੱਥੇ ਬੈਠ ਕੇ ਦਿੱਤੀ ਹੈ G20 ਤੇ। ਕੋਈ ਗੱਲ ਨਹੀਂ, ਉਹ ਭਾਵੇਂ ਪਸੰਦ ਕਰਨ ਚਾਹੇ ਨਾ ਕਰਨ, ਇੱਕ ਹੋਸਟ ਕੰਟਰੀ ਦੇ ਤੌਰ ਤੇ ਉਹਨਾਂ ਨੂੰ, ਪਾਕਿਸਤਾਨ ਨੂੰ ਇਨਵਾਈਟ ਕਰਨਾ ਹੀ ਪੈਣਾ ਸੀ ਸਾਰਿਆਂ ਨੂੰ, ਨਹੀਂ ਤੇ ਤੁਹਾਡੇ ਕੋਲ ਉਹਨਾਂ ਨੇ ਪ੍ਰੈਜ਼ੀਡੈਂਸੀ ਵਾਪਸ ਲੈ ਲੈਣੀ ਆ ਜੀ। ਤੇ ਹੁਣ ਜੇ ਇਹਨਾਂ ਦੇ ਵੱਲ ਦੇਖਿਆ ਜਸਟਿਨ ਟਰੂਡੋ ਬਾਰੇ, ਪਿੱਛੇ ਜਿਹਾ ਇੱਕ ਅਮਰੀਕਾਜ਼ ਦਾ ਸਮਿਟ ਹੋਇਆ US ਦੇ ਵਿੱਚ ਜੀ, ਕੈਲੀਫੋਰਨੀਆ ਦੇ ਵਿੱਚ ਹੋਇਆ ਸੀ। ਅਮਰੀਕਾਜ਼ ਦਾ ਸਮਿਟ ਦਾ ਮਤਲਬ ਹੈ ਵੀ ਨਾਰਥ ਅਮਰੀਕਾ, ਸੈਂਟਰਲ ਅਮਰੀਕਾ ਤੇ ਲੈਟਿਨ ਅਮਰੀਕਾ ਦੇ ਸਾਰੇ ਮੁਲਕ ਉੱਥੇ ਆਉਂਦੇ ਆ ਜੀ। US ਵਾਲੇ ਜਿਹੜੇ ਕਿ ਸਿੱਧੀ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਸਮਝਾਇਆ ਜਾਵੇ ਵੀ ਤੁਸੀਂ ਸਹਿਮਤ ਹੋਵੋ ਚਾਹੇ ਨਾ ਸਹਿਮਤ ਹੋਵੋ ਡਿਪਲੋਮੇਸੀ ਦੇ ਵਿੱਚ, ਔਰ ਖਾਸ ਤੇ ਇੱਕ ਡੈਮੋਕ੍ਰੈਟਿਕ ਮੁਲਕ ਕਵੇ ਜੀ, ਜਿੰਨੇ ਮੁਲਕ ਹੈਗੇ ਆ ਚਾਹੇ ਉਹਨਾਂ ਨਾਲ ਸਹਿਮਤ ਹੈ ਹੋਵੋ ਤੁਸੀਂ ਚਾਹੇ ਨਾ ਹੋਵੋ। ਬਿਲਕੁਲ। ਅਮਰੀਕਾ ਜਦੋਂ ਕਹਿਤਾ ਨਾ, ਉਹ ਨਾਰਥ ਅਮਰੀਕਾ ਵੀ ਆ, ਸੈਂਟਰਲ ਅਮਰੀਕਾ ਵੀ ਤੇ ਸਾਊਥ ਅਮਰੀਕਾ ਵੀ ਆ, ਉਹ ਸਾਰੇ ਮੁਲਕ ਤੁਹਾਡੇ ਸਮਿਟ ਦੇ ਵਿੱਚ ਆਉਣੇ ਚਾਹੀਦੇ ਆ ਜੀ। ਉਹਨਾਂ ਦੇ ਵਿੱਚੋਂ ਵੈਨਜ਼ੂਏਲਾ ਨੂੰ ਕੱਢਿਆ ਇਹਨਾਂ ਨੇ, ਕਿਊਬਾ ਨੂੰ ਕੱਢਿਆ, ਨਿਕਰਾਗੁਆ ਨੂੰ ਕੱਢਿਆ ਜੀ। ਉਹਦੇ ਤੇ ਮੈਕਸੀਕੋ ਵਾਲਿਆਂ ਨੇ ਕਿੰਤੂ ਪ੍ਰੰਤੂ ਕੀਤਾ। ਉਹ ਕਹਿੰਦੇ ਵੀ ਜੇ ਇਹ 3 ਮੁਲਕ ਨਹੀਂ ਆਉਣਗੇ ਤਾਂ ਅਸੀਂ ਵੀ ਨਹੀਂ ਜਾਵਾਂਗੇ। ਇਸ ਗੱਲ ਦਾ ਉਹਨਾਂ ਨੇ ਆਬਜੈਕਸ਼ਨ ਕੀਤਾ। ਆ ਜਸਟਿਨ ਟਰੂਡੋ ਜਿਹੜਾ ਹੁਣ ਹਿੰਦੁਸਤਾਨ ਨੂੰ ਲੈਕਚਰ ਦੇਣ ਲੱਗਾ ਆ, ਇਹ ਟੱਪਦਾ ਗਿਆ ਉੱਥੇ, ਇਹਨੂੰ ਕੋਈ ਆਬਜੈਕਸ਼ਨ ਨਹੀਂ ਕੀਤਾ। ਮੈਕਸੀਕੋ ਨੇ ਆਬਜੈਕਸ਼ਨ ਕੀਤਾ। ਜੇ ਬੋਲਣ ਦੀ ਲੋੜ ਸੀ ਤਾਂ ਉੱਥੇ ਬੋਲਣ ਦੀ ਲੋੜ ਸੀ। ਵੀ ਦੇਖੋ ਇਹਦਾ ਮੈਂਬਰ ਆ
G20 ਦਾ ਯੂਕਰੇਨ ਮੈਂਬਰ ਨਹੀਂ ਆ, ਉਹਨਾਂ ਨੇ ਨਹੀਂ ਸੱਦਿਆ। ਇਹਦੇ ਵਿੱਚ ਜਸਟਨ ਟਰੂਡੋ ਨੂੰ ਬੋਲਣ ਦੀ ਕੋਈ ਲੋੜ ਨਹੀਂ ਹੈ। ਬਿਲਕੁਲ ਇੰਡੀਆ ਵਾਲਿਆਂ ਨੂੰ ਲੈਕਚਰ ਦੇਣ ਦੀ ਲੋੜ ਨਹੀਂ ਆ, ਉਹ ਉਹਨਾਂ ਦੀ ਮਰਜ਼ੀ ਆ ਜਿਹਨਾਂ ਨੂੰ ਸੱਦਣਾ। ਜਿੱਥੇ ਬੋਲਣਾ ਚਾਹੀਦਾ ਸੀ ਉੱਥੋਂ ਤੁਸੀਂ ਚੁੱਪ ਕਰਕੇ ਬੈਠੇ ਆ, ਉੱਥੇ ਬੋਲੇ ਨਹੀਂ ਗਏ। ਬਿਲਕੁਲ ਇਹ ਦੱਸਣ ਦੀ ਲੋੜ। ਹਾਲਾਂਕਿ ਅਸੀਂ ਨਾਫਟਾ ਦੇ 3 ਦੇਸ਼ ਹਾਂ, ਅਸੀਂ ਮੈਕਸੀਕੋ, US ਤੇ ਕੈਨੇਡਾ। ਨਾਫਟਾ ਦੇਸ਼ ਦਾ ਸਾਡਾ ਸਾਂਝੀ ਵਾਲ ਜਿਹੜਾ ਹੈ, ਮੈਕਸੀਕੋ ਬੋਲ ਪਿਆ ਇਸ ਇਸ਼ੂ ਤੇ ਵੀ ਜੇ ਇਹਨਾਂ ਤਿੰਨਾਂ ਨੂੰ ਤੁਸੀਂ ਨਹੀਂ ਸੱਦਣਾ ਤਾਂ ਅਸੀਂ ਨਹੀਂ ਜਾਣਾ। ਵਾਕਿਆ ਹੀ ਨਹੀਂ ਆਏ, ਪ੍ਰੈਜ਼ੀਡੈਂਟ ਨਹੀਂ ਆਏ ਉਹਨਾਂ ਦੇ ਮੈਕਸੀਕੋ ਦੇ, ਪਰ ਜਸਟਨ ਟਰੂਡੋ ਨੇ ਮੂੰਹ ਤੇ ਆਪਣੇ ਪੱਟੀ ਬੰਨੀ ਸੀ। ਇਦਾਂ ਹੀ ਜਗਮੀਤ ਸਿੰਘ ਕਰਦਾ ਹੈ। ਪੱਗ ਦਾ ਰੌਲਾ ਪਿਆ ਇੱਥੇ ਕਿਊਬੈਕ ਦੇ ਵਿੱਚ, ਜੀ ਉਹਨਾਂ ਨੇ ਪੱਗ ਬੰਦ ਕੀਤੀ ਹੈ ਐਕਚੁਅਲੀ, ਜਿਹੜਾ ਅੰਡਰ ਸੈਕੂਲਰ ਲਾਅ ਕੀਤਾ ਨਾ। ਤੁਸੀਂ ਇੱਕ ਪੱਗ ਬੰਨ ਕੇ ਟੀਚਰ ਨਹੀਂ ਬਣ ਸਕਦੇ। ਮੰਨ ਲਓ ਜਿੰਨੇ ਪ੍ਰੋਵਿੰਸ਼ੀਅਲ ਸਰਕਾਰ ਦੇ EMPLOYEE ਹੈ ਨਾ, ਉਹ ਪੱਗ ਨਹੀਂ ਬੰਨ ਸਕਦੇ ਜੀ। ਬਾਕੀ ਪਾਰਟੀਆਂ ਨੇ, ਇੱਕ ਪਹਿਲਾਂ ਕਿਊਬੈਕ ਦਾ ਲੀਡਰ ਹੁੰਦਾ ਸੀ NDP ਦਾ, ਮਲਕੇਰ ਜੀ, ਉਸ ਬੰਦੇ ਨੇ ਉੱਠ ਕੇ ਕਿਹਾ ਵੀ ਇਹ ਜਿਹੜਾ ਕਾਨੂੰਨ ਗਲਤ ਆ। ਤੁਸੀਂ ਜਿਹੜੇ ਟਾਰਗੇਟ ਕਰਦੇ ਆ ਕਿ ਕਿਸੇ ਨੇ ਪੱਗ ਬੰਨੀ ਆ, ਕਿਸੇ ਨੇ ਹਿਜਾਬ ਲਿਆ ਆ, ਤੁਸੀਂ ਇਹ ਕਿ ਕਿਸੇ ਬੰਦੇ ਨੇ ਟੀਚਰ ਵੀ ਬਣਨਾ, ਕਿਸੇ ਨੇ ਡਰਾਈਵਰ ਬਣਨਾ ਆ, ਤੁਸੀਂ ਉਹਦੀ ਯੋਗਤਾ ਦੇਖੋ, ਨਾ ਕਿ ਉਹਦੇ ਸਿਰ ਤੇ ਕੀ ਰੱਖਿਆ ਹੈ ਇਹ ਦੇਖੋ। ਬਿਲਕੁਲ, ਉਹਦੇ ਸਿਰ ਦੇ ਅੰਦਰ ਕੀ ਚੀਜ਼ ਆ ਇਹ ਦੇਖੋ। ਜਗਮੀਤ ਸਿੰਘ ਜਿਹੜਾ ਹਰ ਤੀਜੇ ਦਿਨ ਟਵੀਟ ਕਰਦਾ ਹੁੰਦਾ ਇੰਡੀਆ ਬਾਰੇ, ਇਹ ਚੁੱਪ ਕਰ ਗਿਆ। ਅੱਜ ਤਾਈਂ ਇਹ ਬੋਲਿਆ ਨਹੀਂ ਉਸ ਮਾਮਲੇ ਤੇ ਜੀ। ਇਹਦੇ ਜਿਹੜੇ ਚੇਲੇ ਆ ਇੱਥੇ ਸੁਣਨ ਵਾਲੇ ਆ, ਉਹ ਆ ਕੇ ਦੱਸਣ ਵੀ ਕਿਉਂ ਚੁੱਪ ਕੀਤਾ। ਬਿਲਕੁਲ, ਜੇ ਇੱਕ ਲੜਕੀ ਨੇ ਸਵਾਲ ਕਰ ਦਿੱਤਾ ਇਲੈਕਸ਼ਨ ਦੇ ਦੌਰਾਨ, ਪਿਛਲੀ ਇਲੈਕਸ਼ਨ ਤੇ ਲੜਕੀ ਜਿਹੜੀ ਮੋਡਰੇਟਰ ਸੀ ਉਹ ਇੱਥੇ ਰਿਚਮੰਡ ਤੋਂ ਹੀ ਹੈ, ਹਿੰਦੂ ਲੜਕੀ ਆ ਉਹ ਜੀ। ਉਸ ਲੜਕੀ ਨੇ ਸਵਾਲ ਕੀਤਾ ਕਿਊਬੈਕ ਦੇ ਲੀਡਰ ਨੂੰ ਵੀ ਤੁਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਡੈਮੋਕ੍ਰੈਟ ਆ, ਅਸੀਂ ਹਿਊਮਨ ਰਾਈਟਸ ਦੀ ਪਾਲਣਾ ਕਰਦੇ ਆ, ਤੁਸੀਂ ਕਿਸੇ ਨੂੰ ਪੱਗ ਨਹੀਂ ਬੰਨਣ ਦਿੰਦੇ, ਕਿਸੇ ਨੂੰ ਹਿਜਾਬ ਨਹੀਂ ਰੱਖਣ ਦਿੰਦੇ, ਤਾਂ ਤੁਸੀਂ ਇਹਨੂੰ ਕਿੱਦਾਂ ਜਸਟੀਫਾਈ ਕਰਦੇ? ਬਿਲਕੁਲ। ਉਹਦੇ ਤੇ ਪ੍ਰਾਈਮ ਮਿਨਿਸਟਰ ਟਰੂਡੋ, ਜਿਹੜਾ ਇਹਨਾਂ ਦਾ ਫੇਵਰਟ ਆ ਸਿੱਖਾਂ ਦਾ ਲੀਡਰ, ਆਪਣੇ ਜਗਮੀਤ ਸਿੰਘ, ਇਹਨਾਂ ਦੋਹਾਂ ਨੇ ਉਸ ਲੜਕੀ ਦੀ ਨੁਕਤਾਚੀਨੀ ਕੀਤੀ। ਉਹਨੂੰ ਕਿਹਾ ਵੀ ਤੈਨੂੰ ਇਹ ਸਵਾਲ ਨਹੀਂ ਪੁੱਛਣਾ ਚਾਹੀਦਾ ਸੀ। ਉਹਨੇ ਹਿੰਮਤ ਕਰਤੀ ਪੁੱਛਣ ਦੀ, ਇਹਨਾਂ ਦੋਹਾਂ ਦੀ ਹਿੰਮਤ ਨਹੀਂ ਪਈ ਵੀ ਉਹ ਸਵਾਲ ਵੀ ਕੀਤਾ ਜਾਵੇ ਉਸ ਬਲਾਕ ਕਿਊਬੈਕਵਾ ਦੇ ਲੀਡਰ ਨੂੰ ਜੀ। ਸੋ ਸਾਡੇ ਜਸਟਨ ਟਰੂਡੋ ਨੂੰ ਚੁੱਪ ਕਰਨ ਦੀ ਲੋੜ ਆ, ਲੈਕਚਰ ਦੇਣ ਦੀ ਲੋੜ ਨਹੀਂ ਆ। ਇੰਡੀਆ ਨੇ ਕਿਹਨੂੰ ਸੱਦਣਾ ਕਿਹਨੂੰ ਨਹੀਂ, ਲੈਟ them ਡੂ ਇਟ। ਬਿਲਕੁਲ। ਡਾਕਟਰ ਸਾਹਿਬ, ਅੰਟਾਰੀਓ ਦੀ ਇੱਕ ਕੰਪਨੀ ਨੇ ਜਿਹੜੀ ਘਰ ਬਣਾਉਣ ਵਾਸਤੇ ਰਾਖਵੀਂ ਜ਼ਮੀਨ ਰੱਖੀ ਸੀ ਗ੍ਰੀਨ ਬੈਲਟ ਵਾਲੀ, ਉਹਨੂੰ ਸੇਲ ਤੇ ਲਾਤਾ ਜੀ, ਤੇ ਡਗਫੋਰਡ ਦੀ ਸਰਕਾਰ ਨੂੰ ਪਤਾ ਹੀ ਨਹੀਂ ਲੱਗਿਆ ਜੀ। ਨਹੀਂ, ਹੁਣ ਉਹਨਾਂ ਨੇ ਲੇਟੈਸਟ ਇਹ ਕਿਹਾ ਕਿ ਅਸੀਂ ਉਹ ਜ਼ਮੀਨ ਵਾਪਸ ਲੈ ਸਕਦੇ ਹਾਂ ਜੀ, ਕਿਉਂਕਿ ਗ੍ਰੀਨ ਬੈਲਟ ਦੇ ਵਿੱਚ ਤਾਂ ਉਹੋ ਹੀ ਆ ਜਿਹੜੀ ਐਗਰੀਕਲਚਰਲ ਜ਼ਮੀਨ ਆ, ਵੈਟਲੈਂਡਸ ਆ, ਫੋਰੈਸਟਰੀ ਆ ਜੀ, ਜਿਹਨੂੰ ਅਸੀਂ ਪ੍ਰੀਜ਼ਰਵ ਕਰਨਾ ਚਾਹੁੰਦੇ ਆ। ਜਿੱਦਾਂ ਇੱਥੇ ਸਾਡੇ ਐਗਰੀਕਲਚਰਲ ਲੈਂਡ ਰਿਜ਼ਰਵ ਆ BC ਦੇ ਵਿੱਚ ਜੀ, ਉਹਦੇ ਵਿੱਚੋਂ ਅਕਸਰ ਉੱਥੇ ਵੀ ਤੇ ਇੱਥੇ ਵੀ ਕਰਦੇ ਰਹਿੰਦੇ ਆ ਡਿਵੈਲਪਮੈਂਟ ਲਈ ਕਿ ਤੁਸੀਂ ਇਹਨੂੰ ਕਮਰਸ਼ੀਅਲ ਬਣਾ ਦਿਓ, ਇੰਡਸਟਰੀਅਲ ਬਣਾ ਦਿਓ ਜਾਂ ਰੈਜ਼ੀਡੈਂਸ਼ੀਅਲ ਬਣਾ ਦਿਓ ਜੀ। ਤੇ ਇਹਨਾਂ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਨਾਲ ਇੱਕ ਨੁਕਤਾ ਜੋੜ ਦਿੰਦੇ ਆ ਡਿਵੈਲਪਰਸ ਵੀ ਅਸੀਂ ਕਿਸੇ ਚੰਗੇ ਕਾਜ਼ ਲਈ ਕੰਮ ਕਰ ਰਹੇ ਹਾਂ। ਜਿੱਦਾਂ ਕਿਤੇ ਅਸੀਂ ਵਿਧਵਾ ਕਲੋਨੀ ਬਣਾਉਣੀ ਆ, ਅਸੀਂ ਗਰੀਬਾਂ ਲਈ ਘਰ ਬਣਾਉਣੇ ਆ ਜੀ। ਤਾਂ ਉੱਥੇ ਇਹਨਾਂ ਨੇ ਅੰਟੇਰੀਓ ਦੇ ਵਿੱਚ ਇਹ ਕਿਹਾ ਸੀ ਵੀ ਤੁਹਾਨੂੰ ਹਾਊਸਿੰਗ ਦੀ ਸ਼ਾਰਟੇਜ ਹੈ ਨਾ, ਤਾਂ ਅਸੀਂ ਇੱਥੇ ਸਾਰੀ ਜ਼ਮੀਨ ਜਿਹੜੀ ਆ ਹਾਊਸਿੰਗ ਡਿਵੈਲਪਮੈਂਟ ਦੀ ਕਰਾਂਗੇ, ਤੇ ਉਹ ਦੂਸਰਾ ਨਾਲ ਅਸੀਂ ਅਫੋਰਡੇਬਲ ਹਾਊਸਿੰਗ ਉੱਥੇ ਡਿਵੈਲਪ ਕਰਾਂਗੇ ਜੀ, ਜਿਹੜੀ ਕਿ ਸਰਕਾਰ ਚਾਹੁੰਦੀ ਸੀ। ਬਿਲਕੁਲ। ਹੁਣ ਉਹਨਾਂ ਨੇ ਕੀ ਕੀਤਾ, ਉਹ ਪਹਿਲਾਂ ਗ੍ਰੀਨ ਬੈਲਟ ਚ ਤਾਂ ਕਢਾ ਲਈ ਉਹਨਾਂ ਨੇ, ਹੁਣ ਉਹ ਡਿਵੈਲਪਮੈਂਟ ਲੈਂਡ ਬਣ ਗਈ ਆ ਜੀ। ਤਾਂ ਉਹਨਾਂ ਨੇ ਚੱਕ ਕੇ 104 ਏਕੜ ਜਿਹੜੇ ਆ ਉਹ ਸੇਲ ਤੇ ਲਾਤੇ, ਤੇ ਉਹ ਹੁਣ ਬਾਕੀ ਵੀ ਪੜ੍ਹਦੇ ਆ। ਰਿਪੋਰਟਰਾਂ ਨੇ ਪੁੱਛਿਆ ਵੀ ਦੇਖੋ ਤੁਸੀਂ ਕੱਢ ਕੇ ਦਿੱਤੀ, ਕਹਿੰਦੇ ਹਾਊਸਿੰਗ ਡਿਵੈਲਪ ਕਰਾਉਣੀ ਸੀ ਇਹਨਾਂ ਤੋਂ, ਤੇ ਇਹਨਾਂ ਨੇ ਤਾਂ ਸੇਲ ਤੇ ਲਾਈ, ਤਾਂ ਪੈਸੇ ਬਣਾ ਰਹੇ ਆ। ਤੁਸੀਂ ਇਮੇਜਿਨ ਕਰੋ ਵੀ ਜਦੋਂ ਐਗਰੀਕਲਚਰ ਲੈਂਡ ਰਿਜ਼ਰਵ ਦੇ ਵਿੱਚ ਜੇ ਕਿਸੇ ਨੇ 5 ਏਕੜ ਕਢਾਉਣੇ ਹੋਣ ਜੀ, ਉਹ ਵੈਸੇ ਕੀਮਤ ਉਹਨਾਂ ਦੀ $1 ਮਿਲੀਅਨ ਤੋਂ ਜ਼ਿਆਦਾ ਨਹੀਂ ਹੋਣੀ, ਤੇ ਜਿਸ ਦਿਨ ਉਹ ਨਿਕਲ ਗਏ ਕਮਰਸ਼ੀਅਲ ਜਾਂ ਆਪਣੇ ਰੈਜ਼ੀਡੈਂਸ਼ੀਅਲ ਬਣ ਗਈ ਆ ਜੀ,
ਤਾਂ ਫਿਰ ਉਹ 10 ਮਿਲੀਅਨ ਦੀ ਹੋ ਜਾਂਦੀ ਇੱਕਦਮ, ਬਿਲਕੁਲ 10 ਗੁਣਾ 20 ਗੁਣਾ ਵੀ ਚੜ ਜਾਂਦੀ ਹੈ। ਹੂੰ ਤੇ ਉਹ ਜਦੋਂ ਚੜ ਗਈ ਤਾਂ ਉਦੋਂ ਵੇਚ ਦੇਣੀ। ਹੂੰ ਫਿਰ ਉਹ ਪ੍ਰੋਜੈਕਟ ਕਿੱਧਰ ਗਿਆ ਤੁਹਾਡਾ, ਜਿਹੜੀ ਪਹਿਲਾਂ ਜਿਹੜੇ ਨੇਕ ਇਰਾਦੇ ਕਿੱਧਰ ਗਏ? ਬਿਲਕੁਲ। ਉਹਨੇ ਕਿਹਾ ਵੀ ਹੁਣ ਫਿਰ ਪ੍ਰੈਸ਼ਰ ਜ਼ਿਆਦਾ ਪਿਆ, ਆਪੋਜੀਸ਼ਨ ਵੀ ਪੁੱਛਣ ਲੱਗ ਪਈ ਵੀ ਜਿਹੜੇ ਕੰਮ ਲਈ ਤੁਸੀਂ ਦੱਸਦੇ ਸੀ, ਇੱਕ ਤਾਂ ਉਹ ਇਨਵੈਸਟੀਗੇਸ਼ਨ ਅਜੇ ਚੱਲਦੀ ਆ, ਪਿੱਛੇ ਉਹਨਾਂ ਦੇ ਜਿਹੜਾ ਡਿਵੈਲਪਰਸ ਦਾ ਕੋਈ ਰਿਸ਼ਤੇਦਾਰ ਕਿਸੇ ਮਿਨਿਸਟਰ ਦੇ ਐਗਜ਼ੈਕਟਿਵ ਆਫੀਸਰ ਲੱਗਾ ਸੀ ਨਾ, ਉਹਨੇ ਰਿਜ਼ਾਈਨ ਕੀਤਾ ਵੈਸੇ ਹੁਣ, ਤਾਂ ਅਜੇ ਇਨਵੈਸਟੀਗੇਸ਼ਨ ਚੱਲਦੀ ਆ। ਤੇ ਇਨਵੈਸਟੀਗੇਸ਼ਨ ਨੇ ਕਿੱਥੇ ਪਹੁੰਚਣਾ ਹੈ, ਪਤਾ ਨਹੀਂ ਕੀ ਕਰਨਾ ਇਹਨਾਂ ਨੇ, ਤਾਂ ਉਹ ਪਤਾ ਕਰਨਗੇ ਵੀ ਇੰਨੀ ਜਿਹੜੀ ਗ੍ਰੀਨ ਬੈਲਟ ਦੀ ਲੈਂਡ ਡਿਵੈਲਪਰਸ ਦੇ ਹੱਥ ਕਿੱਦਾਂ ਆ ਗਈ, ਬਿਲਕੁਲ ਉਹ ਅਜੇ ਚੱਲਣੇ। ਤੇ ਉਦੋਂ ਪਹਿਲਾਂ ਹੀ ਹੁਣ ਉਹਨਾਂ ਨੇ ਕਹਿਤਾ, ਡੱਗ ਫੋਰਡ ਨੇ, ਕਿ ਦੇਖੋ ਜੇ ਤੁਸੀਂ ਜ਼ਮੀਨ ਨੂੰ ਸੇਲ ਤੇ ਲਾਉਣਾ ਆ, ਫਿਰ ਅਸੀਂ ਉਸੇ ਹੀ ਗ੍ਰੀਨ ਬੈਲਟ ਦੇ ਵਿੱਚ ਵਾਪਸ ਕਰ ਦੇਣੀ ਆ, ਤੁਹਾਨੂੰ ਇਹ ਅਸੀਂ ਵੇਚਣੀ ਨਹੀਂ ਜੀ। ਉਹ ਤਾਂ ਲਾ ਚੁੱਕੇ ਆ, ਹੁਣ ਕੀ ਕਰਨਗੇ? ਇਹ ਇੰਨਾ ਕਹਿਤਾ ਵੀ ਜੇ ਲਾਉਣਾ, ਉਹ ਤਾਂ ਲੱਗ ਚੁੱਕੀ ਆ, ਜੇ ਤਾਂ ਸਵਾਲ ਹੀ ਨਹੀਂ ਹੈ। ਬਿਲਕੁਲ ਇਹ ਵੀ ਹਾਲੇ ਵੀ ਐਕਸ਼ਨ ਹੋਣਾ ਚਾਹੀਦਾ, ਹਾਲੇ ਵੀ ਟਾਲਦੇ ਆ ਨਾ ਉਹ ਗੱਲ, ਜੇ ਉਹਨਾਂ ਨੇ ਵੇਚਣੀ ਆ। ਉਹਨਾਂ ਨੂੰ ਕਹਿ ਰਿਹਾ ਕਿ ਆ ਕੇ ਰਿਪੋਰਟਰ ਦੱਸਦੇ ਆ ਕਿ ਭਾਈ ਇਹ ਸੇਲ ਤੇ ਲੱਗੀ ਆ, ਦੇਖੋ ਇਹਨਾਂ ਨੇ ਐਡ ਕੱਢੀ ਆ ਪੇਪਰਾਂ ਦੇ ਵਿੱਚ ਵੀ 104 ਏਕੜ ਜ਼ਮੀਨ ਹੈ ਸਾਡੇ ਤੋਂ ਡਿਵੈਲਪਮੈਂਟ ਕਰਨ ਲਈ, ਤੇ ਕਿਸੇ ਨੂੰ ਚਾਹੀਦੀ ਹੋਵੇ ਦੱਸੋ ਤਾਂ। ਤਾਂ ਉਹ ਜੇ ਤਾਂ ਇਸ਼ੂ ਹੀ ਨਹੀਂ ਹੈ, ਉਹ ਤਾਂ ਸੇਲ ਤੇ ਲਾਤੀ ਉਹਨਾਂ ਨੇ। ਹੁਣ ਇਸ਼ੂ ਤਾਂ ਇਹ ਸੀ ਡੱਗ ਫੋਰਡ ਲਈ ਕਿ ਇਹਨਾਂ ਦੇ ਕੋਲੋਂ ਉਹ ਜ਼ਮੀਨ ਖੋ ਕੇ ਗ੍ਰੀਨ ਬੈਲਟ ਨੂੰ ਵਾਪਸ ਦਿਓ ਜੀ। ਬਿਲਕੁਲ। ਤੇ ਬਾਕੀ ਦੀ ਹਾਲੇ ਜਿਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ, ਉਹ ਪਤਾ ਕੀਤਾ ਜਾਵੇ ਵੀ ਇਹ ਸਾਰੇ ਪ੍ਰੋਸੈਸ ਦੇ ਵਿੱਚ ਕੀ ਹੋਇਆ, ਕਿਹਨੇ ਪੈਸੇ ਖਾਦੇ ਆ, ਕਿਹੜਾ ਕਿਹੜਾ ਬੰਦਾ ਇਨਵੋਲਵ ਸੀ, ਕਿਹਨੂੰ ਕਿਹਨੂੰ ਕਿੰਨਾ ਕਿੰਨਾ ਫਾਇਦਾ ਹੋਣਾ, ਕਿਹੜੇ ਮਿਨਿਸਟਰ ਇਨਵੋਲਵ ਸੀ ਜੀ। ਹਾਊਸਿੰਗ ਮਿਨਿਸਟਰ ਦੀ ਅਜੇ ਤਾਂ ਗੱਲ ਕਰਦੇ ਆ, ਹੋਰ ਵੀ ਮਿਨਿਸਟਰ ਹੋ ਸਕਦਾ ਹੋਣਗੇ। ਬਿਲਕੁਲ ਜੀ। ਸੋ ਇਹ ਮਾਮਲਾ ਹਲੇ ਬੰਦ ਹੋਣ ਵਾਲਾ ਨਹੀਂ, ਇਹਦੇ ਨਾਲ ਸ਼ਾਇਦ ਉਹਨਾਂ ਦੀ ਸਰਕਾਰ ਵੀ ਜਾਂਦੀ ਲੱਗੇ ਜੀ, ਅਗਲੀ ਵਾਰ ਨੂੰ ਸ਼ਾਇਦ ਇਹ ਅਸਰ ਪਾਵੇ ਜੀ। ਜੀ ਫੋਰਡ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਹੋਰ ਆਖੀ ਸੀ, ਉਹ ਕਹਿੰਦੇ ਸੀ ਵੀ ਭਾਵੇਂ ਜਾਂਚ ਚੱਲੀ ਜਾਂਦੀ ਹੈ ਜਾਂ ਰੌਲਾ ਪੈ ਰਿਹਾ ਹੈ, ਇਸ ਦੇ ਬਾਵਜੂਦ ਵੀ ਇਹ ਪ੍ਰੋਜੈਕਟ ਐਜ਼ ਇਟ ਇਜ਼ ਐਵੇਂ ਚੱਲਦਾ ਰਹੂਗਾ ਜੀ। ਉਸ ਵੇਲੇ ਹਾਲੇ ਸੀਲ ਵਾਲਾ ਮਾਮਲਾ ਸਾਹਮਣੇ ਨਹੀਂ ਸੀ ਆਇਆ, ਹਾਂਜੀ, ਤਾਂ ਹੁਣ ਇਹ ਨਵਾਂ ਅੜਿੱਕਾ ਪੈ ਗਿਆ। ਉਹਨਾਂ ਨੇ ਇਹ ਕਹਿਤਾ ਵੀ ਠੀਕ ਹੈ, ਜਾਂਚ ਕਰਾਂਗੇ, ਕਿਉਂਕਿ ਗ੍ਰੀਨ ਬੈਲਟ ਤੋਂ ਜ਼ਮੀਨ ਕੱਢਣੀ ਕਮਰਸ਼ੀਅਲ, ਇੰਡਸਟਰੀਅਲ ਜਾਂ ਰੈਜ਼ੀਡੈਂਸ਼ੀਅਲ, ਇਹ ਕੋਈ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਕਰਦੇ ਰਹੇ ਆ। ਸੋ ਉਹਨਾਂ ਨੇ ਕਹਿਤਾ ਸੀ ਵੀ ਕੱਢ ਦਿੱਤੀ, ਤਾਂ ਹੁਣ ਕੱਢ ਦਿੱਤੀ, ਡਿਵੈਲਪ ਕਰਨਗੇ। ਪਰ ਆ ਨਵੀਂ ਜਿਹੜੀ ਮੋੜ ਆ ਗਿਆ ਨਾ, ਨਵਾਂ ਮੋੜ ਇਸ ਤੇ ਆਇਆ ਕਿ ਉਹਨਾਂ ਨੇ ਉਹ ਜ਼ਮੀਨ ਕੱਢੀ ਹੈ ਹਾਊਸਿੰਗ ਡਿਵੈਲਪਮੈਂਟ ਲਈ, ਤਾਂ ਹੁਣ ਉਹ ਤੋਂ ਪ੍ਰੋਫਿਟ ਬਣਾ ਰਹੇ ਆ ਵੀ ਅਸੀਂ ਕੱਢ ਲਈਏ, ਹੁਣ ਪੈਸੇ ਬਣਾਈਏ ਫਟਾਫਟ ਜੀ, ਤੇ ਇਹ ਤੇ ਫਸੇ ਹੁਣ। ਸੋ ਡਾਕਟਰ ਸਾਹਿਬ, ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਸਥਾਨਕ ਜਿਹੜੇ ਪਾੜੇ ਹੈਗੇ ਆ, ਉਹਨਾਂ ਤੋਂ ਤਾਂ ਫੀਸ ਜਿਹੜੀ ਹੈ ਉਹ $6834 ਲਈ ਜਾ ਰਹੀ ਹੈ, ਤੇ ਮੁਕਾਬਲਤਨ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀ ਹੈ ਉਹਨਾਂ ਤੋਂ $36123। ਬਹੁਤ ਵੱਡਾ ਧੱਕਾ ਜੀ, ਤਾਂ ਲੁੱਟ ਹੋ ਰਹੀ ਹੈ। ਉਹਦਾ ਕਰਕੇ ਤਾਂ ਸਾਡੀਆਂ ਯੂਨੀਵਰਸਿਟੀਜ਼ ਤੇ ਕਾਲਜਸ, ਜਿਨ੍ਹਾਂ ਨੇ ਪਹਿਲਾਂ ਹਮੇਸ਼ਾ ਹੀ ਲੜਦੇ ਹੁੰਦੇ ਸੀ ਫੰਡਿੰਗ ਲਈ, ਹੁਣ ਕੋਈ ਆਬਜੈਕਸ਼ਨ ਨਹੀਂ ਉਹਨਾਂ ਨੂੰ, ਕਿਉਂਕਿ ਹਰੇਕ ਨੇ ਵੱਧ ਤੋਂ ਵੱਧ ਸਟੂਡੈਂਟ ਲਿਆਂਦੇ ਆ, ਤੇ ਉਹਨਾਂ ਦੀ ਛਿੱਲ ਲਾ ਰਹੇ ਆ ਪੂਰੀ ਜੀ। ਇੱਕ ਤਾਂ ਪ੍ਰਾਈਵੇਟ ਯੂਨੀਵਰਸਿਟੀਜ਼, ਇੱਥੇ ਕਾਲਜਸ ਬਹੁਤ ਬਣੇ ਆ, ਬਹੁਤ ਬਣੇ। ਕਿਸੇ ਦੇ ਕੋਲ ਜਿਹੜਾ ਐਡਾ ਕਮਰਾ ਹੈਗਾ ਤਾਂ ਇਹਦੇ 'ਚ 2 ਕਾਲਜ ਖੋਲੇ ਜਾ ਸਕਦੇ ਆ ਜੀ। ਇੱਥੇ ਪਿੱਛੇ ਜਾਏ ਅੰਟੇਰੀਓ ਦੇ ਚ ਕਾਲਜ ਨੇ ਨੰਬਰ ਆਫ ਸਟੂਡੈਂਟਸ ਮੰਗਾ ਲਿਆ ਉੱਥੋਂ, ਇੰਡੀਆ ਤੋਂ ਜੀ, ਤੇ ਉਹਨਾਂ ਦੇ ਜਦੋਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਪੁੱਛਿਆ ਤਾਂ ਉਹਨਾਂ ਦੇ ਕੋਲ ਕਪੈਸਿਟੀ ਜਿੰਨੀ ਸੀਗੀ, ਉਹ ਫਾਇਰ ਬ੍ਰਿਗੇਡ ਵਾਲੇ ਦੱਸਦੇ ਨਾ ਇੱਥੇ ਇੰਨੇ ਬੰਦੇ ਤੁਸੀਂ ਲਿਆ ਸਕਦੇ ਆ ਜੀ ਜੀ, ਵੀ ਨਹੀਂ ਤਾਂ ਅੱਗ ਤੇ ਬਾਹਰ ਨਿਕਲਣ ਦਾ ਖਤਰਾ ਪੈ ਜਾਂਦਾ, ਭੱਜਣ ਨੂੰ ਥਾਂ ਨਹੀਂ ਤੇ ਹੋਣੀ। ਤੇ ਉਹਨਾਂ ਦੇ ਕੋਲ ਅੱਧੇ ਬੰਦਿਆਂ ਲਈ ਸਪੇਸ ਸੀ, ਅੱਧੇ ਜ਼ਿਆਦਾ ਮੰਗਾਏ ਸੀ। ਇਹਦੇ ਵਿੱਚ 2 ਸਰਕਾਰਾਂ ਇਨਵੋਲਵ ਆ, ਇਹ ਨਹੀਂ ਵੀ ਉਹਨਾਂ ਨੇ ਕੋਲੋਂ ਹੀ ਕਾਲਜ ਬਣਾ ਲਿਆ ਜੀ। ਜਦੋਂ ਕਾਲਜ ਜਾਂ ਯੂਨੀਵਰਸਿਟੀ ਜਿਹੜੇ ਤਾਂ ਹੈਗੀਆਂ ਯੂਨੀਵਰਸਿਟੀਜ਼ ਪਹਿਲਾਂ ਹੀ ਐਸਟੈਬਲਿਸ਼ਡ ਹੈਗੀਆਂ ਆ, ਉਹਨਾਂ ਦੀ ਤਾਂ ਆਪਣੀ ਮਰਜ਼ੀ, ਉਹ ਕਈ 1/3 ਚਾਹੁੰਦੇ ਆ, ਕਈ ਅੱਧੀਆਂ ਚਾਹੁੰਦੇ ਆ, ਜਿਹਦਾ KPU ਵਰਗੇ ਨੇ ਤਾਂ 99% ਇੰਟਰਨੈਸ਼ਨਲੀ ਕਰ ਦਿੱਤਾ ਹੁਣ। ਇਹਨਾਂ ਦੇ ਕੋਲ ਤਾਂ ਆਪਣੇ ਯੂਨੀਵਰਸਿਟੀ ਸਟੇਟਸ ਹੈਗਾ, ਉਹ ਮੰਗਾਈ ਜਾਂਦੇ ਆ ਜੀ।
ਜਿਹੜੇ ਬੰਦੇ ਅਪਲਾਈ ਕਰਦੇ ਕਿ ਨਾ ਨਵਾਂ ਕਾਲਜ ਖੋਲਣਾ, ਅਸੀਂ ਨਵੀਂ ਆਪਣੀ ਯੂਨੀਵਰਸਿਟੀ ਖੋਲਣੀ ਆ, ਇੱਥੇ ਲਵਲੀ ਯੂਨੀਵਰਸਿਟੀਆਂ ਬਹੁਤ ਆ ਜੀ। ਇਹ ਫਿਰ ਪਹਿਲਾਂ ਪ੍ਰੋਵਿੰਸ਼ੀਅਲ ਸਰਕਾਰ ਦਾ ਕੰਮ ਆਉਂਦਾ, ਸੂਬੇ ਦੀ ਦਾ ਜੀ। ਤੁਸੀਂ ਉਹਨਾਂ ਨੂੰ ਦੱਸਣਾ ਪੈਂਦਾ ਕਿ ਤੁਸੀਂ ਕਿਹੜਾ ਕਰਿਕੂਲਮ ਪੜਾਉਣਾ, ਤੁਹਾਡੇ ਤੋਂ ਕਿਹੜੀ ਫੈਕਲਟੀ ਆ, ਕਿਹੜੀ ਬਿਲਡਿੰਗ ਆ, ਸਭ ਕੁਝ ਦੱਸਣਾ ਪੈਂਦਾ ਜੀ। ਤਾਂ ਉਹ ਪੇਪਰਾਂ 'ਚ ਹੀ ਹੁੰਦਾ ਵੈਸੇ ਸਭ ਕੁਝ ਜੀ। ਬਹੁਤ ਬੰਦੇ ਤੁਹਾਨੂੰ ਇੱਥੇ ਆ ਕੇ ਅਪਰੋਚ ਕਰਦੇ ਹੁੰਦੇ ਸੀ ਸਾਨੂੰ ਥੋੜੇ ਚਿਰ ਪਹਿਲਾਂ ਕਿ ਦੇਖੋ ਸਾਨੂੰ PhD ਵਾਲੇ ਬੰਦੇ ਚਾਹੀਦੇ ਆ, ਤੁਸੀਂ ਸਾਈਨ ਹੀ ਕਰ ਦਿਓ, ਬਸ ਅਸੀਂ ਤੁਹਾਨੂੰ ਪੈਸੇ ਦੇ ਜਾਵਾਂਗੇ। ਇਦਾਂ ਦੇ ਵੀ ਬਹੁਤ ਸੀ। ਉਹ ਇਸ ਕਰਕੇ ਕਿ ਪ੍ਰੋਵਿੰਸ਼ੀਅਲ ਸਰਕਾਰ ਨੇ ਉਹਨਾਂ ਨੂੰ ਬਿਜ਼ਨਸ ਲਾਇਸੈਂਸ ਦੇਣਾ ਹੁੰਦਾ ਉਹਦਾ ਕਿ ਹਾਂ ਠੀਕ ਹੈ ਤੁਸੀਂ ਐਜੂਕੇਸ਼ਨ ਕਰ ਸਕਦੇ ਆ। ਫਿਰ ਸੈਕੰਡ ਲੈਵਲ ਤੇ ਆਉਂਦੀ ਆ ਫੈਡਰਲ ਗਵਰਨਮੈਂਟ ਜੀ। ਇਹ ਇਸ਼ੂ ਕਰਦੇ ਆ DLI, ਜਿਹਨੂੰ ਕਹਿੰਦੇ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਜੀ। ਤਾਂ ਉਹ ਜਦੋਂ DLI ਦਾ ਲੈਟਰ ਜਾਂਦਾ ਆ ਕਿਸੇ ਦੇ ਕੋਲ, ਜੇ ਇੰਡੀਆ ਤੋਂ, ਚੀਨ ਤੋਂ, ਜਾਪਾਨ ਤੋਂ ਕਿਸੇ ਨੇ ਵੀ ਸਟੂਡੈਂਟ ਬਣਨਾ ਆ, ਉਹਨੂੰ DLI ਦਾ ਲੈਟਰ ਚਾਹੀਦਾ ਹੁੰਦਾ ਨਾਲ ਲਾਉਣ ਲਈ। ਜਿਹੜੇ ਆ ਪਿੱਛੇ ਜਿਹਾ ਚੱਕਰ ਪਿਆ ਸੀ ਨਾ ਜੀ ਕਿ ਜਲੰਧਰ ਦੇ ਵਿੱਚੋਂ ਇੱਕ ਬੰਦੇ ਨੇ DLI ਲੈਟਰ ਕੋਲ ਹੀ ਪਾਤੇ, ਹਾਂ ਜੋ 700 ਬੱਚੇ ਵਾਲਾ, ਤਾਂ ਉਹ ਬੰਦੇ ਕਾਲਜ ਇੱਥੇ ਹੈ ਹੀ ਨਹੀਂ ਸੀ ਤੇ ਉਹ ਅਜੇ ਤਾਂ ਉਹ ਆ DLI ਦੇ ਚੱਕਰ ਹੀ ਆ ਜੀ। ਅੱਛਾ, DLI ਦੇ ਕਹੇ ਤੇ ਬੰਦੇ ਇੱਥੇ ਆ ਜਾਂਦੇ ਆ। ਫੇਰ ਦੇਖੋ ਸਰਕਾਰ ਦਾ ਹੀ ਕੰਮ, ਸਰਕਾਰ ਦੇ ਬੰਦਿਆਂ ਨੂੰ ਕੋਈ ਪੁੱਛਣ ਵਾਲੀ ਗੱਲ ਹੈ ਜੀ ਕਿ DLI ਤੁਸੀਂ ਦੇਤੀ ਇੱਕ ਕਿਸੇ ਵੀ ਕਾਲਜ ਸੰਸਥਾ ਨੂੰ, ਕਿਸੇ ਨੂੰ। ਅੱਛਾ, ਉਹ ਸਟੂਡੈਂਟ ਮੰਗਾ ਲਿਆ ਉਹਨਾਂ ਨੇ। ਫਿਰ ਜਦੋਂ ਉਹਨਾਂ ਦੇ ਵਿੱਚੋਂ ਉਹ ਪੋਸਟ ਗ੍ਰੈਜੂਏਟ ਆਪਣੇ ਪਰਮਿਟ ਲਈ ਅਪਲਾਈ ਕਰਦੇ ਆ ਨਾ ਜੀ, ਤੇ ਬਹੁਤੀਆਂ DLI ਜਿਨ੍ਹਾਂ ਤੋਂ ਇੱਥੇ ਇਦਾਂ ਦੀਆਂ ਇੰਸਟੀਚਿਊਟ ਆ ਜਿਨ੍ਹਾਂ ਨੂੰ ਇਹੀ ਡਿਪਾਰਟਮੈਂਟ ਜਿਹੜਾ ਉਹਨਾਂ ਨੂੰ DLI ਇਸ਼ੂ ਕਰਦਾ ਆ ਉਹ ਰੈਕਗਨਾਈਜ਼ ਨਹੀਂ ਕਰਦੇ, ਮਾਨਤਾ ਨਹੀਂ ਦਿੰਦੇ ਜੀ। ਹੁਣ ਇੱਥੋਂ ਜਿਹੜੀਆਂ ਪੁਰਾਣੀਆਂ ਯੂਨੀਵਰਸਿਟੀਆਂ ਹੈਗੀਆਂ ਐਸਟੈਬਲਿਸ਼, SFU, UBC, KPU, ਇੱਥੇ ਫਰੇਜ਼ਰ ਵੈਲੀ, ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ, ਇਹਨਾਂ ਨੂੰ ਤਾਂ ਮਾਨਤਾ ਦਿੱਤੀ ਹੈ ਯੂਨੀਵਰਸਿਟੀਜ਼ ਤੇ ਕਾਲਜ ਦੀ ਜਿਹੜੀ ਐਸੋਸੀਏਸ਼ਨ ਹੈ ਜੀ। ਪਰ ਜਿਹੜੇ ਆਹ ਛੋਟੇ ਜਿਹੇ ਖੋਲੇ ਆ ਕਾਲਜ ਨਾ, ਇਹਨਾਂ ਦੇ ਵਿੱਚੋਂ ਉਹਨਾਂ ਨੇ ਦੱਸਿਆ ਆ ਫੇ ਵੀ ਕਿਹੜੇ ਕੋਰਸ ਨੂੰ ਅਸੀਂ ਸਮਝਦੇ ਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਜੀ। ਕੁਛਕ ਹੈ ਰੈਕਗਨਾਈਜ਼ ਹੈ, ਕੁਛਕ ਨਹੀਂ, ਬਿਲਕੁਲ ਮਾਨਤਾ ਨਹੀਂ ਹੈ ਜੀ। ਜੇ ਉਹਨਾਂ ਦੀ ਮਾਨਤਾ ਨਹੀਂ ਹੈ, ਤੁਸੀਂ ਉਹਨਾਂ ਨੂੰ DLI ਕਿਉਂ ਦਿੱਤਾ? ਬਿਲਕੁਲ ਹੇਰਾਫੇਰੀ ਇੱਕ ਥਾਂ ਤੇ ਨਹੀਂ ਹੁੰਦੀ, ਹੇਰਾਫੇਰੀ ਸਿੱਧਾ ਡਿਪਾਰਟਮੈਂਟ ਵਾਲੇ ਕਰ ਰਹੇ। ਬਿਲਕੁਲ ਵੱਡਾ ਖਰਬੂਜਾ ਜਾ ਰਿਹਾ। ਜਿਹੜੇ ਫਸਦੇ ਆ ਵਿਚਾਰੇ ਉਹ ਸਟੂਡੈਂਟ ਫਸਦੇ ਆ। ਕਈਆਂ ਨੂੰ ਤਾਂ ਹੁਣ ਪਤਾ ਹੀ ਨਹੀਂ ਹੁੰਦਾ, ਕੋਈ ਬੰਦਾ ਆਇਆ ਮਾਨਸੇ ਤੋਂ, ਉਹਨੂੰ ਤਾਂ ਕਿਉਂਕਿ ਪ੍ਰਾਈਵੇਟ ਜਿਹੜੇ ਕਾਲਜਸ ਆ ਇਹਨਾਂ ਦੀ ਜਿਹੜਾ ਵੀਜ਼ਾ ਦਿੰਦੇ ਆ ਉੱਥੇ DLI ਦਿੰਦੇ ਆ, ਇਹ ਪਰਸੈਂਟੇਜ ਜ਼ਿਆਦਾ ਦਿੰਦੇ ਆ ਜੀ। ਹੁਣ ਜੇ ਕਿਸੇ ਨੇ UBC ਆਉਣਾ ਹੋਵੇ ਉਹਨਾਂ ਨੇ ਪਰਸੈਂਟੇਜ ਤਾਂ ਦਿੰਦੇ ਉਹ ਵੀ, ਪਰ ਉਹ ਬਹੁਤ ਥੋੜੀ ਆ ਜੀ, ਤੇ ਪ੍ਰਾਈਵੇਟ ਨੇ ਬਹੁਤ ਜ਼ਿਆਦਾ ਆ। ਹੁਣ ਮਾਨਸੇ ਵਾਲੇ ਨੂੰ ਕੀ ਪਤਾ ਵੀ UBC ਵੱਡੀ ਆ ਕਿ ਇੱਕ ਸਰੀ ਵਾਲਾ ਕੋਈ ਵੈਸੇ ਹੀ ਨਾਂ ਰੱਖਿਆ ਹੈ, ਫਰੇਜ਼ਰ ਵੈਲੀ ਨਾਂ ਰੱਖਿਆ ਹੈ ਉਹਨੇ, ਤੇ ਉਹ ਵੱਡਾ ਆ। ਉਹ ਆ ਕੇ ਇੱਥੇ ਫਸ ਜਾਂਦੇ ਆ। ਫਿਰ ਕਈ ਵਾਰੀ ਤਾਂ 2 ਸਾਲ ਦਾ ਡਿਪਲੋਮਾ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਵੀ ਸਾਨੂੰ ਤਾਂ ਪੋਸਟ ਗ੍ਰੈਜੂਏਟ ਪਰਮਿਟ ਹੀ ਨਹੀਂ ਮਿਲਿਆ। ਉਹੀ ਡਿਪਾਰਟਮੈਂਟ ਜਿਹਨੇ ਉਹਨਾਂ ਨੂੰ DLI ਇਸ਼ੂ ਕੀਤਾ ਆ, ਉਹੀ ਉਹਨਾਂ ਨੂੰ ਕਹਿ ਰਿਹਾ ਵੀ ਇਹ ਤੁਸੀਂ ਇਸ ਜਗ੍ਹਾ ਤੋਂ ਡਿਪਲੋਮਾ ਲਿਆ ਤੇ ਅਸੀਂ ਤੁਹਾਨੂੰ ਪੋਸਟ ਗ੍ਰੈਜੂਏਟ ਪਰਮਿਟ ਨਹੀਂ ਦੇਣਾ। ਇਹ ਪੰਜਾਬ ਦੀ ਗੱਲ ਨਹੀਂ ਹੈ, ਇੰਡੀਆ ਦੀ ਗੱਲ ਨਹੀਂ ਕਰਦੇ, ਇੱਥੇ ਕੈਨੇਡਾ ਦੀ ਗੱਲ ਕਰਦੇ ਆ। ਬਿਲਕੁਲ ਜੀ। ਤੇ ਇੱਥੇ ਦੇ ਜਿਹੜੇ ਚੁਣੇ ਹੋਏ ਲੀਡਰ ਆ ਉਹਨਾਂ ਨੇ ਕਿਤੇ ਨਾ ਕਿਤੇ ਗੱਲ ਕਰ ਲੈਣੀ ਚਾਹੀਦੀ ਆ ਪਾਲਿਸੀ ਬਾਰੇ ਵੀ। ਜ਼ਰੂਰੀ ਨਹੀਂ ਹੁੰਦਾ ਵੀ ਚਿਕਨ ਖਾ ਕੇ ਬਾਅਦ ਚੁੱਪ ਕਰੋ ਬਸ। ਬਿਲਕੁਲ ਜੀ। ਡਾਕਟਰ ਸਾਹਿਬ, ਬਾਈਡਨ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੀ ਮੁਖੀ ਨਾਮਜ਼ਦ ਕੀਤੀ ਗਈ ਸੀ ਡਾਕਟਰ ਮੋਨਿਕਾ, ਉਹਨਾਂ ਦੇ ਖਿਲਾਫ 4 ਜਿਹੜੇ ਆ ਕੇਸ ਪਹਿਲਾਂ ਹੀ ਦਰਜ ਹੋਣ ਦਾ ਖੁਲਾਸਾ ਹੋਇਆ ਜੀ। ਹੁਣ ਕੀ ਮਸਲਾ ਜੀ? ਇੱਕ ਗੱਲ ਤਾਂ ਵੈਸੇ ਚੰਗੀ ਆ ਉੱਥੇ US ਦੇ ਵਿੱਚ, ਸਾਡੇ ਨਾਲ ਬਹੁਤ ਚੰਗੀ ਗੱਲ ਹੈ ਜੀ। ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੈਗੀ ਆ ਨੋਮੀਨੇਟ ਕਰਨ ਦੀ ਜੀ। ਉਹ ਅੰਬੈਸਡਰਸ ਨੋਮੀਨੇਟ ਕਰਦੇ ਆ, ਸੈਨੇਟ ਦੇ ਮੈਂਬਰਸ ਨੋਮੀਨੇਟ ਕਰਦੇ ਆ, ਜੱਜਸ ਨੂੰ ਨੋਮੀਨੇਟ ਕਰਦੇ ਆ, ਤੇ ਉਹਦੀ ਫਿਰ ਸੁਣਵਾਈ ਹੁੰਦੀ ਆ ਸੈਨੇਟ ਦੇ ਵਿੱਚ। ਸੈਨੇਟ ਦੇ ਵਿੱਚ ਵੈਰੀਫਿਕੇਸ਼ਨ ਹੁੰਦੀ ਆ ਜੀ। ਤੇ ਨਾਰਮਲੀ ਤਾਂ ਇਹ ਪ੍ਰੋਸੈਸ ਹੀ ਆ, ਉਹਨਾਂ ਨੇ ਕੀਤਾ ਕਿ ਠੀਕ ਆ ਉਹਨੂੰ ਹਾਂ ਕਰ ਦਿੰਦੇ ਆ, ਪਰ ਬਹੁਤਿਆਂ ਦੇ ਪੰਗਾ ਵੀ ਪਾ ਲੈਂਦੇ ਆ। ਕਈ ਵਾਰੀ ਬੰਦੇ ਇਦਾਂ ਦੇ ਜਿੱਦਾਂ ਹੁਣ ਆਹ ਮੋਨਿਕਾ ਆਈ ਹੈ,
ਇਹਦੇ ਤੇ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਸੈਨੇਟ ਦੇ ਮੈਂਬਰਾਂ ਨੂੰ ਵੀ ਇਹਦੀ ਕੋਈ ਗੜਬੜ ਆ, ਇਹਦੀ ਕੋਈ ਕੇਸ ਚੱਲਦੇ ਆ ਇਹਦੇ ਤੇ ਜੀ, ਪਹਿਲਾਂ ਕਈ ਕੇਸ ਚੱਲੇ ਆ ਤੇ ਉਹਦੇ ਬਾਵਜੂਦ ਵੀ, ਕਿਉਂਕਿ ਬਹੁਤੇ ਬੰਦੇ ਤਾਂ ਇਹਨਾਂ ਦੇ ਵਿੱਚੋਂ ਉਹ ਆ ਜਿਨ੍ਹਾਂ ਨੇ ਜੋ ਬਾਈਡਨ ਨੂੰ ਮਿਲੀਅਨਸ ਆਫ ਡਾਲਰਸ ਦਾ ਫੰਡ ਦਿੱਤਾ ਹੁਣ। ਇੱਥੇ ਇੱਕ ਵਾਰੀ ਦੀ ਰੋਨਾਲਡ ਰੇਗਨ ਦੇ ਸਮੇਂ ਦੀ ਗੱਲ ਸੁਣਾਉਂਦੇ ਹੁੰਦੇ ਸੀ। ਉਹਨਾਂ ਨੇ ਇੱਕ ਟੈਕਸਸ ਦਾ ਬੰਦਾ, ਕਾਫੀ ਅਮੀਰ ਬੰਦਾ ਸੀ ਜੀ, ਉਹਨੇ 8-10 ਮਿਲੀਅਨ ਦਿੱਤਾ ਹੋਣਾ ਉਹਨੂੰ ਇਲੈਕਸ਼ਨ ਲੜਨ ਲਈ, ਤਾਂ ਉਹਨੂੰ ਅੰਬੈਸਡਰ ਬਣਾਤਾ। ਤਾਂ ਅੰਬੈਸਡਰ ਦੀ ਜਿਹੜੀ ਟ੍ਰੇਨਿੰਗ ਦੇਣੀ ਹੁੰਦੀ ਆ, ਉਹਨੇ ਟ੍ਰੇਨਿੰਗ ਵੀ ਅਟੈਂਡ ਨਹੀਂ ਕੀਤੀ, ਕੁਝ ਨਹੀਂ ਕੀਤਾ, ਉਹ ਚਲਾ ਗਿਆ ਉਹਦੇ ਈਜਿਪਟ ਦੇ ਬਣਾਇਆ ਉਹਨੂੰ ਅੰਬੈਸਡਰ ਜੀ। ਤੇ ਈਜਿਪਟ ਦੇ ਵਿੱਚ ਪਹਿਲੇ ਦਿਨ ਜਦੋਂ ਸਟੇਟ ਡਿਨਰ ਉਹਨੂੰ ਕੀਤਾ ਵੈਲਕਮ ਕਰਨ ਲਈ, ਤੇ ਉਹ ਕਹਿੰਦੇ ਆ ਕਿ ਉਹਦੇ ਪਲੇਟ ਦੇ ਵਿੱਚ ਜੋ ਪਾਉਣ ਤਾਂ ਉਹ ਛਕ ਜਾ ਕਰਨ, ਖਾ ਲਿਆ ਕਰਨ, ਤੇ ਉਹ ਕਰਦੇ ਰਹੇ, ਸਾਫ਼ ਕਰਦੇ ਰਹੇ, ਆਪਣੀ ਸਾਫ਼ ਪਲੇਟ ਕਰਦੇ ਰਹੇ। ਤਾਂ ਅਖੀਰ ਦੇ ਵਿੱਚ ਫਿਰ ਉਹਨੇ ਕਿਹਾ ਆਪਣੇ ਨਾਲ ਦੇ ਲੇਜ਼ਨ ਆਫੀਸਰ ਨੂੰ ਵੀ ਭਾਈ ਮੈਂ ਤਾਂ ਫੁੱਲ ਹੋ ਗਿਆ, ਇਹ ਹਾਲੇ ਵੀ ਪਾਈ ਜਾਂਦੇ ਆ। ਉਹਨੇ ਫਿਰ ਦੱਸਿਆ ਆਫੀਸਰ ਨੇ, ਉਹ ਕਹਿੰਦਾ ਸਰ ਇਹ ਇਹਨਾਂ ਲੋਕਾਂ ਦਾ ਟ੍ਰੈਡੀਸ਼ਨ ਆ ਬਈ ਜਦੋਂ ਫੁੱਲ ਹੋ ਜਾਂਦਾ ਬੰਦਾ ਨਾ, ਉਹ ਥੋੜਾ ਜਿਹਾ ਛੱਡ ਦਿੰਦਾ ਆ। ਆਪਣੇ ਵੀ ਕਹਿੰਦੇ ਹੁੰਦੇ ਵੀ ਥੋੜਾ ਜਿਹਾ ਛੱਡ ਦਿੰਦਾ, ਤੇ ਉਹਦੇ ਛੱਡ ਹੋਣ ਦਾ ਮਤਲਬ ਹੈ ਵੀ ਹੁਣ ਇਹਨੇ ਨਹੀਂ ਖਾਣਾ, ਤੁਸੀਂ ਸਾਰਾ ਖਤਮ ਕਰ ਦਿੰਦੇ, ਉਹ ਹੋਰ ਪਾ ਦਿੰਦੇ ਆ। ਮਤਲਬ ਇਦਾਂ ਦੇ ਇਹ ਸਾਡਾ ਵਾਲੇ ਵੀ ਬੰਦੇ ਹੈਗੇ ਆ ਜਿਨ੍ਹਾਂ ਨੇ ਪੈਸੇ ਦਿੱਤੇ ਆ, ਪੈਸੇ ਦਾ ਕਰਕੇ ਉੱਥੇ ਚਲ ਗਏ ਜੀ। ਸੁਪਰੀਮ ਕੋਰਟ ਦਾ ਜਸਟਿਸ ਲਾਤਾ ਸੀ, ਉਹ ਤੇ ਸੈਕਸ਼ੂਅਲ ਹੈਰੈਸਮੈਂਟ ਦੇ ਚਾਰजेस ਲੱਗੇ ਸੀ, ਉਹ ਬੜੀ ਕਾਰਵਾਈ ਚੱਲਦੀ ਰਹੀ ਉਹਨਾਂ ਦੀ, ਚੱਲੀ। ਹਾਂਜੀ, ਤਾਂ ਹੁਣ ਇਹ ਵੀ ਡਿੱਕੇ ਦੇ ਵਿੱਚ ਆ ਗਈ। ਪਰ ਸਾਡੇ ਇਹ ਸਿਸਟਮ ਹੈ ਨਹੀਂਗਾ। ਸਾਡੇ ਪ੍ਰਾਈਮ ਮਿਨਿਸਟਰ ਦੇ ਕੋਲ ਇੰਨੀਆਂ ਪਾਵਰਸ ਨੇ ਜਿਹੜੀਆਂ ਆਮ ਡਿਕਟੇਟਰ ਦੇ ਕੋਲ ਹੁੰਦੀਆਂ, ਉਹ ਇਹਨਾਂ ਦੇ ਕੋਲ ਆ। ਜਿਹਨੂੰ ਮਰਜੀ ਚੱਕ ਕੇ ਜੱਜ ਲਾ ਦੇਣ, ਜਿਹਨੂੰ ਮਰਜੀ ਚੱਕ ਕੇ ਐਮਬੈਸਡਰ ਲਾ ਦੇਣ, ਕਿਸੇ ਵੀ ਕਰਾਊਨ ਕਾਰਪੋਰੇਸ਼ਨ ਦਾ ਹੈਡ ਲਾ ਦੇਣ, ਕੋਈ ਸੁਣਵਾਈ ਨਹੀਂ, ਕੋਈ ਕੁਛ ਨਹੀਂ ਹੈ, ਕੋਈ ਉੱਤੇ ਚੈੱਕ ਨਹੀਂ ਹੈ। ਉੱਥੇ ਚੈਕਸ ਐਂਡ ਬੈਲੈਂਸਸ ਹੈ। ਇਸ ਕਰਕੇ ਯੂਐਸ ਦਾ ਸਿਸਟਮ ਲੱਖ ਦਰਜੇ ਸਾਡੇ ਨਾਲ ਚੰਗਾ ਹੈ। ਹੁਣ ਇਹਦੇ ਵਿੱਚ ਉਹਨਾਂ ਦੀ ਕੀ ਗੱਲ ਹੋਣੀ ਆ, ਕੀ ਨਹੀਂ ਹੋਣੀ ਆ, ਅੰਤ ਦੇ ਵਿੱਚ ਡੈਮੋਕ੍ਰੈਟਸ ਦੀ ਮੈਜੋਰਿਟੀ ਆ। ਮੇਰਾ ਖਿਆਲ ਉਹ ਕਰ ਦੇਣਗੇ, ਕਿਉਂਕਿ ਉਹਨਾਂ ਨੇ ਵੀ ਪਾਰਟੀ ਦੇ ਲੀਡਰ ਨੂੰ ਖੁਸ਼, ਪ੍ਰੈਜ਼ੀਡੈਂਟ ਨੂੰ ਉਹਨਾਂ ਨੂੰ ਖੁਸ਼ ਕਰਨਾ, ਕਿਉਂਕਿ ਉਹਨਾਂ ਨੇ ਵੀ ਆਪਣੇ ਭਤੀਜੇ ਭਾਣਜੇ ਲਵਾਉਣੇ ਹੁੰਦੇ ਕਿਤੇ ਨਾ ਕਿਤੇ। ਤਾਂ ਉਹਦੇ ਵਿੱਚ ਜੋ ਬਾਈਡਨ ਦੇ ਕੋਲ, ਇੱਕ ਪ੍ਰੈਜ਼ੀਡੈਂਟ ਦੇ ਕੋਲ ਇੱਕ ਟਰਮ ਦੇ ਵਿੱਚ ਨਾ 4 ਸਾਲਾਂ ਦੇ ਵਿੱਚ ਜੀ 10,000 ਤੋਂ ਉੱਪਰ ਐਗਜ਼ੈਕਟਿਵ ਲੈਵਲ ਦੇ ਅਪਾਇੰਟਮੈਂਟਸ ਆ ਜੀ। ਮਤਲਬ ਇਹ ਵੱਡੀਆਂ ਜਿਹੜੀਆਂ ਮਿੱਕੀ ਮਾਊਸ ਨਹੀਂ, ਜਿਹੜੀਆਂ ਛੋਟੀਆਂ ਜਿਹੜੀਆਂ ਕਰ ਦਿੰਦੇ ਆ, ਇਹ ਵੱਡੀਆਂ ਅਪਾਇੰਟਮੈਂਟਸ ਆ, ਜਿਨ੍ਹਾਂ ਦੇ ਵਿੱਚ ਸੁਪਰੀਮ ਕੋਰਟ ਦੇ ਜੱਜਸ ਲਾਉਣੇ ਆ, ਫੈਡਰਲ ਕੋਰਟ ਦੇ ਜੱਜਸ ਲਾਉਣੇ ਆ, ਐਮਬੈਸਡਰਸ ਲਾਉਣੇ ਆ, ਕੌਂਸਲੇਟ ਜਨਰਲਸ ਲਾਉਣੇ ਆ, ਕਮਿਸ਼ਨਰਸ ਲਾਉਣੇ ਆ। ਤੇ ਉਹਦੇ ਵਿੱਚ ਫਿਰ ਜਿਹੜੇ ਸੈਨੇਟ ਦੇ ਵਿੱਚ ਬੰਦੇ ਬੈਠੇ ਉਹਨਾਂ ਦੇ ਤੇ ਇਹ ਸਪੋਰਟ ਵੈਸੇ ਹੀ ਨਹੀਂ ਕਰਦੇ ਜੋ ਬਾਈਡਨ ਦੀ। ਉਹਨਾਂ ਨੂੰ ਪਤਾ ਵੀ ਜਦੋਂ ਅਸੀਂ ਕਿਸੇ ਨੂੰ ਰਿਕਮੈਂਡ ਕਰਦੇ ਆ, ਉਹਨੂੰ ਵੀ ਲਾਉਂਦੇ ਆ। ਇਹ ਇਕੱਲੇ ਜੋ ਬਾਈਡਨ ਦੇ ਹੀ ਬੰਦੇ ਨਹੀਂ ਆ, ਇਹ ਪਾਰਟੀ ਦੇ ਹੋਰ ਬੰਦੇ ਵੀ ਲਵਾਉਂਦੇ ਉਹਨਾਂ ਤੋਂ। ਡਾਕਟਰ ਸਾਹਿਬ, ਸੂਤਰ ਦੱਸਦੇ ਆ ਕਿ ਜ਼ੈਲੈਂਸਕੀ ਅਗਲੇ ਸਾਲ ਆਮ ਚੋਣਾਂ ਦਾ ਐਲਾਨ ਕਰਨ ਜਾ ਰਹੇ। ਇਹਨਾਂ ਨੇ ਪੋਜੀਸ਼ਨ ਥੋੜੀ ਜਿਹੀ ਬਦਲੀ। ਅੱਗੇ ਪਹਿਲਾਂ ਸਾਲ ਦੇ ਸ਼ੁਰੂ ਚ ਕਹਿੰਦੇ ਸੀ ਕਿ ਇਲੈਕਸ਼ਨ ਨਹੀਂ ਕਰਾਉਣੀ ਜੀ। 2024 ਦੇ ਵਿੱਚ ਇਹਨਾਂ ਦੀ ਵੀ ਇਲੈਕਸ਼ਨ ਆ, ਅਮਰੀਕਾ ਵਾਲਿਆਂ ਦੀ ਵੀ, ਹੋਰ ਵੀ ਕਈ ਦੇਸ਼ਾਂ 'ਚ ਹੋ ਰਹੀ ਆ। ਪਿਊਟਨ ਦੀ ਵੀ ਇਲੈਕਸ਼ਨ ਹੈ, ਰਸ਼ੀਆ ਦੇ ਵਿੱਚ ਵੀ ਜੀ। ਤੇ ਉਹਨਾਂ ਨੇ, ਪਿਊਟਨ ਨੇ ਤਾਂ ਉਸੇ ਵੇਲੇ ਕਹਿਤਾ ਵੀ ਵਾਰ ਚਾਹੇ ਨੋ ਵਾਰ, ਵੀ ਇਲੈਕਸ਼ਨ ਹੋਊਗੀ। ਇਲੈਕਸ਼ਨ ਜਿੱਦਾਂ ਨਾਰਮਲ ਇਲੈਕਸ਼ਨ ਹੁੰਦੀ ਆ ਉਦਾਂ ਹੀ ਹੋਊਗੀ। ਤਾਂ ਉਦੋਂ ਬਾਅਦ ਇਹਨਾਂ ਤੇ ਪ੍ਰੈਸ਼ਰ ਪੈਂਦਾ ਵੀ ਤੁਸੀਂ ਕਹਿੰਦੇ ਆ ਕਿ ਸਾਡੇ ਕੋਲ ਡੈਮੋਕ੍ਰੇਸੀ ਆ, ਉਹਨਾਂ ਦੇ ਕੋਲ ਹੈ ਨਹੀਂ ਆ, ਉਹ ਤਾਂ ਕਰਾਉਣ ਲੱਗੇ ਇਲੈਕਸ਼ਨ। ਹੁਣ ਯੂਐਸ ਦੇ ਵਿੱਚ ਪਬਲਿਕ ਓਪੀਨੀਅਨ ਵੀ ਇਹੀ ਹੈ ਨਾ, ਇਹ ਵੀ ਜਿਹੜੀ ਗੱਲ ਸਿਰਫ ਇੰਨੀ ਸੋਚਦੇ ਵੀ ਇਲੈਕਸ਼ਨ ਕਰਾਈ ਆ, ਉਹਦੇ ਵਿੱਚ ਕੋਈ ਆਇਆ ਚਾਹੇ ਨਹੀਂ ਆਇਆ, ਉਹ ਅਲੱਗ ਗੱਲ ਹੈ, ਸੈਪਰੇਟ ਹੈ। ਵੀ ਇਲੈਕਸ਼ਨ ਕਰਾਈ ਆ ਇਹਨਾਂ ਨੇ ਵੈਸਟ ਦੇ ਵਿੱਚ, ਯੂਰਪ ਦੇ ਵਿੱਚ, ਕਿ ਇਲੈਕਸ਼ਨ ਇਹ ਕਰਵਾ ਨਹੀਂ ਰਹੇ। ਇੱਕ ਖਬਰ ਤਾਂ ਇਹਨਾਂ ਨੇ ਰੋਕੀ ਛੱਡੀ ਹੈ, ਬਹੁਤ ਥੋੜੇ ਬੰਦਿਆਂ ਨੂੰ ਪਤਾ ਹੋਣਾ ਵੀ ਸਾਰੀ ਆਪੋਜੀਸ਼ਨ ਜਿਹੜੀ ਆ ਯੂਕਰੇਨ ਦੀ, ਉਹ ਜੇਲ੍ਹਾਂ 'ਚ ਬੈਠੀ। ਜੇ ਸਾਰਿਆਂ ਨੂੰ, ਲੋਕਾਂ ਨੂੰ ਪਤਾ ਹੋਵੇ ਤਾਂ ਉਹ ਪੁੱਛਣ ਜ਼ਰੂਰ ਵੀ ਇਹ ਕਿਹੋ ਜਿਹੀ ਡੈਮੋਕ੍ਰੇਸੀ ਆ ਜਿਹਦੀ ਸਾਰੀ ਆਪੋਜੀਸ਼ਨ ਜਿਹੜੀ ਜੇਲ੍ਹਾਂ ਦੇ ਵਿੱਚ ਬੈਠੀ ਹੈ।
ਉਧਰ ਜਿਹੜੀ ਫਿਰ ਇਹਨਾਂ ਨੇ ਪ੍ਰੈਸ਼ਰ ਅਮਰੀਕਾ ਵਾਲਿਆਂ ਨੇ ਪਾਇਆ। ਵੈਸੇ ਇਹਨਾਂ ਨੇ ਦੋ ਗੱਲ, ਇੱਕ ਤਾਂ ਤੁਸੀਂ ਕਹਿ ਰਹੇ ਆ ਅਸੀਂ ਡੈਮੋਕ੍ਰੇਸੀ ਆ, ਅਸੀਂ ਆਟੋਕ੍ਰੈਟਿਕ ਕਹਿੰਦੇ ਆ ਪਿਊਟਨ ਨੂੰ, ਹਾਲਾਂਕਿ ਉਹ ਵੀ ਉਦਾਂ ਦੀ ਇਲੈਕਸ਼ਨ ਨਾਲ ਹੀ ਜਿੱਤਿਆ ਜਿੱਦਾਂ ਦੀ ਨਾ ਜ਼ੈਲੈਂਸਕੀ ਜਿੱਤ ਕੇ ਆਇਆ ਔਰ ਜਿੱਦਾਂ ਦੀ ਜੋ ਬਾਈਡਨ ਦੀ ਇਲੈਕਸ਼ਨ ਆ ਜੀ। ਉਹ ਪਤਾ ਨਹੀਂ ਕਿਦਾਂ ਆਟੋਕ੍ਰੈਟਿਕ ਬਣ ਗਿਆ, ਦੂਜੇ ਦੇ ਡੈਮੋਕ੍ਰੈਟ ਬਣ ਗਏ। ਪਰ ਉਹ ਇਲੈਕਸ਼ਨ ਕਰਾ ਰਿਹਾ, ਤੁਸੀਂ ਕਰਾ ਨਹੀਂ ਰਹੇ। ਉਹਨਾਂ ਤੇ ਪ੍ਰੈਸ਼ਰ ਪਾਉਂਦੇ ਵੀ ਦੇਖੋ ਭਾਈ ਆਹ ਮੌਕਾ ਹੈਗਾ ਆ। ਦੂਸਰਾ, ਜਦੋਂ ਵੀ ਕਦੇ ਲੜਾਈ ਲੱਗੀ ਹੋਵੇ ਨਾ, ਉਦੋਂ ਨੇਸ਼ਨਸ ਜਿਹੜੀਆਂ ਆ ਉਹ ਉਸ ਲੀਡਰ ਮਗਰ ਲੱਗ ਜਾਂਦੀਆਂ ਜਿਹੜਾ ਉਸ ਵੇਲੇ ਉਹਨਾਂ ਦਾ ਪ੍ਰਧਾਨ ਮੰਤਰੀ ਹੋਵੇ ਜਾਂ ਪ੍ਰੈਜ਼ੀਡੈਂਟ ਹੋਵੇ, ਜਿਹੜਾ ਲੀਡ ਕਰ ਰਿਹਾ ਹੈ। ਕਿਉਂਕਿ ਇਹ ਕੋਈ ਨਾ ਕੋਈ ਲੋਕਾਂ ਦੇ ਵਿੱਚ ਹੈਗੀ ਆ ਵੀ ਸਾਡਾ ਦੇਸ਼, ਅਸੀਂ ਜਦੋਂ ਸਪੋਰਟਸ ਦਾ ਟੂਰਨਾਮੈਂਟ ਵੀ ਹੁੰਦਾ ਹੋਵੇ ਜੀ, ਭਾਵੇਂ ਬਾਹਰਲੇ ਹੀ ਪਲੇਅਰ ਹੋਣ ਉਹਨਾਂ ਦੇ ਲਿਆਂਦੇ, ਪਰ ਉਹ ਸਾਰੇ ਦੇ ਸਾਰੇ ਲੱਗੇ ਹੁੰਦੇ ਵੀ ਸਾਡੀ ਟੀਮ ਹੈ, ਸਾਡੀ ਟੀਮ ਹੈ। ਆ ਇੱਥੇ ਜਿਹੜੀਆਂ ਟੀਮਾਂ ਖੇਲਦੀਆਂ, ਕਿਸੇ ਸ਼ਹਿਰ ਚ ਚਲ ਜਾਓ, ਉਸ ਸ਼ਹਿਰ ਦਾ ਕੋਈ ਬੰਦਾ ਨਹੀਂ ਹੁੰਦਾ ਉਹਨਾਂ ਦੇ ਕੋਲ ਜੀ, ਤਾਂ ਸਾਰੇ ਹੀ ਸ਼ਹਿਰ ਦੇ ਬੰਦੇ ਲੱਗੇ ਹੁੰਦੇ ਮਗਰ ਸਾਡੀ ਟੀਮ ਹੈ, ਸਾਡੀ ਟੀਮ ਹੈ। ਏਦਾਂ ਹੀ ਲੜਾਈ ਦੇ ਵਿੱਚ ਹੁਣ ਯੂਕਰੇਨ ਦੇ ਲੋਕੀ ਵੀ ਜ਼ੈਲੈਂਸਕੀ ਦੇ ਮਗਰ ਲੱਗੇ ਆ, ਭਾਵੇਂ ਕਿ ਬਹੁਤੇ ਲੋਕੀ ਸਹਿਮਤ ਨਾ ਹੋਣ, ਪਰ ਫੇਰ ਵੀ ਜਿਹੜੇ ਲੋਕੀ ਇਦਾਂ ਸੋਚਦੇ ਵੀ ਰਸ਼ੀਆ ਦੇ ਖਿਲਾਫ ਲੜਨ ਲੱਗੇ ਆ ਤਾਂ ਅਸੀਂ ਆਪਣੇ ਪ੍ਰੈਜ਼ੀਡੈਂਟ ਦੀ ਸਪੋਰਟ ਕਰਨੀ ਆ ਜੀ। ਤੇ ਇਹਨਾਂ ਨੇ ਦੱਸਿਆ ਵੀ ਭਾਈ ਆਹ ਮੌਕਾ ਹੈਗਾ, ਉਦਾਂ ਹੋ ਸਕਦਾ ਤੂੰ ਜਿੱਤੇ ਨਾ ਜਿੱਤੇ, ਤੇ ਹੁਣ ਮੌਕਾ ਆ ਜੀ, ਮੌਕਾ ਇਹ ਜਦੋਂ ਤੁਸੀਂ ਜਿੱਤ ਸਕਦੇ ਆ ਜੀ। ਤੇ ਦੂਸਰਾ, ਸਾਨੂੰ ਸੌਖਾ ਹੋ ਜਾਊਗਾ ਵੈਸਟ ਦੇ ਵਿੱਚ ਜੀ। ਫਿਰ ਅਸੀਂ ਕਵਾਂਗੇ ਤਾਂ ਵੀ ਦੇਖੋ ਭਾਵੇਂ ਕਿ ਲੜਾਈ ਲੱਗੀ ਆ, ਫੇਰ ਵੀ ਉਹਨਾਂ ਨੇ ਇਲੈਕਸ਼ਨ ਕਰਾਈ, ਡੈਮੋਕ੍ਰੇਸੀ ਬਹਾਲ ਰੱਖੀ। ਡੈਮੋਕ੍ਰੇਸੀ ਨਹੀਂ ਉਹਨਾਂ ਨੇ ਇਦੋਂ ਜਾਣ ਦਿੱਤੀ। ਸਾਰੇ ਮੁਲਕਾਂ ਦੇ ਵਿੱਚ ਜਿਹੜੇ ਸੰਵਿਧਾਨ ਤਾਂ ਇਹ ਕਹਿੰਦੇ, ਸਾਡੇ ਸੰਵਿਧਾਨ ਦੇ ਵਿੱਚ ਆ ਕਿ ਪਾਰਲੀਮੈਂਟ ਦੀ ਜਿਹੜੀ ਬੁਨਿਆਦ ਆ ਉਹ ਵੀ 5 ਸਾਲ, ਪਰ ਐਮਰਜੈਂਸੀ ਲੱਗ ਜਾਵੇ, ਐਮਰਜੈਂਸੀ ਦੇ ਇੱਕ ਤਾਂ ਰੀਜ਼ਨ ਹੋ ਜਾਂਦਾ ਵੀ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਖਤਮ ਹੋ ਗਿਆ, ਜਾਂ ਹਰ ਇੱਕ ਦੇਸ਼ ਨੇ ਇਹ ਪਾਇਆ ਜ਼ਰੂਰ ਕਿ ਤੁਹਾਨੂੰ ਕੋਈ ਬਾਹਰੋਂ ਦੇਸ਼ ਇਨਵੇਡ ਕਰ ਦਿੰਦਾ, ਉਹ ਐਮਰਜੈਂਸੀ ਸਭ ਤੋਂ ਵੱਡੀ ਆ। ਤਾਂ ਉਸ ਵੇਲੇ ਤੁਸੀਂ ਇਲੈਕਸ਼ਨ ਨਹੀਂ ਕਰਾਉਣੀ ਚਾਹੁੰਦੇ, ਪਾਰਲੀਮੈਂਟ ਇਹ ਵੋਟ ਪਾ ਸਕਦੀ ਹੈ ਵੀ ਅਸੀਂ ਐਕਸਟੈਂਡ ਕਰ ਰਹੇ ਹਾਂ। ਹੁਣ ਕਿੰਨਾ ਚਿਰ ਐਕਸਟੈਂਡ ਕਰ ਰਹੇ ਹਾਂ, ਜਿੰਨਾ ਚਿਰ ਬਾਹਰ ਦੀਆਂ ਫੌਜਾਂ ਇੱਥੇ ਖਤਰਾ ਟਲ ਨਹੀਂ ਜਾਂਦਾ, ਖਤਰਾ ਨਹੀਂ ਟਲਦਾ। ਤੇ ਉਹਨਾਂ ਦੇ ਕੋਲ ਵੀ ਰੀਜ਼ਨ ਹੈ, ਮਤਲਬ ਕਹਿ ਸਕਦੇ ਸੀ ਜਿੱਦਾਂ ਇਹਨਾਂ ਨੇ ਸ਼ੁਰੂ ਦੇ ਵਿੱਚ ਇਸ ਸਾਲ ਦੇ ਕਿਹਾ ਵੀ ਸਾਡੇ ਲੜਾਈ ਲੱਗੀ ਆ, ਰਸ਼ੀਆ ਵਾਲੇ ਇੱਥੇ ਬੈਠੇ ਆ। ਹੁਣ ਜਿਹੜਾ ਰਸ਼ੀਆ ਵਾ, ਇਹ ਉਹਨਾਂ ਨੇ ਕਹਿ ਤਾਂ ਦਿੱਤਾ ਹੈ ਕਿ ਮੈਂ ਇਲੈਕਸ਼ਨ ਕਰਾਉਂਗਾ। 4 ਰਿਪਬਲਿਕਸ ਜਿਹੜੀਆਂ ਰਸ਼ੀਆ ਦੇ ਬਾਰਡਰ ਦੇ ਨਾਲ ਯੂਕਰੇਨ ਦੀਆਂ ਲੱਗਦੀਆਂ, ਜਿੱਥੇ ਕਿ ਮੈਜੋਰਿਟੀ ਰਸ਼ੀਅਨ ਸਪੀਕਰਸ ਰਹਿੰਦੇ ਆ, ਉੱਥੇ ਇਲੈਕਸ਼ਨ ਕਿੱਦਾਂ ਕਰਾਉਣਗੇ? ਬਿਲਕੁਲ ਇਸ਼ੂ ਆ ਗਿਆ, ਲੌਜਿਸਟਿਕਸ ਦੀ ਇਸ਼ੂ ਆ ਗਈ ਨਾ, ਕਿ ਤੁਸੀਂ ਉੱਥੇ ਇਲੈਕਸ਼ਨ ਕਰਾਓਗੇ ਕਿੱਦਾਂ? ਉਹ ਤਾਂ ਉਹਨਾਂ ਦੇ ਹੱਥ 'ਚ ਆ ਕਿ ਜੇ ਤੁਸੀਂ ਨਹੀਂ ਕਰਾਉਂਦੇ, ਇਹਦਾ ਮਤਲਬ ਤੁਸੀਂ ਮੰਨਦੇ ਆ ਵੀ ਉਹ ਸਾਡੇ ਦੇਸ਼ ਦਾ ਹਿੱਸਾ ਨਹੀਂਗਾ, ਤੁਸੀਂ ਤਾਂ ਦਾਅਵਾ ਛੱਡਤਾ। ਇਹ ਵੱਡੀ ਆ ਗਈ। ਰਸ਼ੀਆ ਨੇ ਇਲੈਕਸ਼ਨ ਕਰਾਉਣੀ ਆ, ਉਹਨਾਂ ਨੇ ਉਸ ਰੀਜਨ ਦੇ ਵਿੱਚ ਵੀ 4 ਦੇ ਵਿੱਚ ਕਰਾਉਣੀ ਆ ਵੀ, ਕਿਉਂਕਿ ਉਹਨਾਂ ਨੇ 4 ਰੀਜਨ ਨੇ ਰਸ਼ੀਆ ਨੂੰ ਜੁਆਇਨ ਕਰਨ ਲਈ ਪਹਿਲਾਂ ਹੀ ਰੈਫਰੈਂਡਮ ਕਰਾ ਲਿਆ ਸੀ, ਤੇ ਹੁਣ ਉਹ ਰਸ਼ੀਆ ਵਾਲੇ ਸਮਝਦੇ ਕਿ ਸਾਡਾ ਹਿੱਸਾ ਆ। ਸੋ ਜਦੋਂ ਰਸ਼ੀਆ ਦੇ ਵਿੱਚ ਇਲੈਕਸ਼ਨ ਹੋਗੀ, ਉਹ ਉਹਨਾਂ ਖੇਤਰਾਂ ਦੇ ਵਿੱਚ ਵੀ ਕਰਾਉਣਗੇ ਜਿਹੜਾ ਯੂਕਰੇਨ ਦਾ ਹਿੱਸਾ ਆ ਜੀ। ਯੂਕਰੇਨ ਵਾਲਿਆਂ ਨੂੰ ਛੱਡਣੀ ਪਊਗੀ। ਇਹ ਖਬਰ ਵੀ ਲੁਕਾਉਣੀ ਇਹਨਾਂ ਨੇ। ਇਹ ਖਬਰ ਐਸ ਮੀਡੀਆ 'ਚ ਨਾਰਥ ਅਮਰੀਕਾ 'ਚ ਡਿਸਕਸ ਨਹੀਂ ਹੋਣੀ। ਯੂਐਸ ਸ਼ਾਇਦ ਹੋ ਜਾਵੇ। ਯੂਐਸ ਦਾ ਮੀਡੀਆ ਜਿਹੜਾ ਅਜੇ ਵੀ ਕਈ ਕਿੰਤੂ ਪ੍ਰੰਤੂ ਕਰਦੇ ਆ, ਜਾਗਦਾ ਹੈ। ਹੁਣ ਹੈਗੇ ਆ। ਹੁਣ ਇੱਕ ਤਾਂ ਤੁਸੀਂ ਦੇਖਿਆ ਹੋਣਾ, ਜਿਹੜੇ ਯੂਕਰੇਨ ਦੀ ਪਹਿਲਾਂ ਖਬਰ ਆਉਂਦੀ ਹੁੰਦੀ ਸੀ, ਖਬਰਾਂ ਤਾਂ ਉਹੀ ਦਿੰਦੇ ਹੁੰਦੇ ਸੀ, ਅਸੀਂ ਆਹ ਕਰ ਲਿਆ, ਅਸੀਂ ਆਹ ਕਰ ਲਿਆ। ਅੱਛਾ, ਫੇਰ ਪਤਾ ਲੱਗ ਗਿਆ, ਜਦੋਂ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਕਹੀ ਜਾਂਦੇ ਅਸੀਂ ਆ ਜਿੱਤ ਲਿਆ, ਹੁਣ ਨਾਲੇ ਕਹਿੰਦੇ ਰਸ਼ੀਆ ਵਾਲੇ ਆਕੂਪਾਈ ਕਰਕੇ ਬੈਠੇ ਆ। ਹੁਣ ਇਹਨਾਂ ਨੇ ਕਾਊਂਟਰ ਅਫੈਂਸਿਵ ਕਾਹਦਾ ਕਰਨਾ? ਜੇ ਇਹਨਾਂ ਦਾ ਗਿਆ ਹੀ ਨਹੀਂ ਤਾਂ ਉਹਨੂੰ ਜਿੱਤਣਾ ਕਿੱਦਾਂ ਹੈ? ਜਿੱਦਾਂ ਬੈਖਮਤ ਬਾਰੇ ਕਹਿੰਦੇ ਸੀ ਕਿ ਉਹ ਨਹੀਂ ਸਾਡੇ ਹੱਥ 'ਚ ਹੀ ਉਹ ਜਿੱਤਿਆ ਨਹੀਂ। ਹੁਣ ਕਹਿੰਦੇ ਅਸੀਂ ਲੜਦੇ ਆਂ ਵੀ ਉਹ ਵਾਪਸ ਲੈਣਾ ਹੈ। ਵੀ ਵਾਪਸ ਕਿਹੜਾ? ਪਹਿਲਾਂ ਗਿਆ ਹੀ ਨਹੀਂ ਤੇ ਵਾਪਸ ਲੈਣਾ ਕਿੱਥੋਂ ਤੁਸੀਂ? ਹੁਣ ਅਮਰੀਕਨ ਮੀਡੀਆ ਖਾਸ ਤੌਰ ਤੇ ਇੰਨਾ ਕੁ ਲਿਖਣ ਲੱਗ ਪਿਆ, ਜਿਹੜੇ ਰਿਸਪੈਕਟੇਬਲ, ਜਿਹੜੇ ਆਪਣੇ ਸਮਝਦੇ ਆ
ਕਿ ਸਾਡੇ ਤਾਂ ਆਪਣੀ ਪ੍ਰੈਸਟੀਜ ਦੀ ਇਸ਼ੂ ਆ ਜੀ ਕਿ ਤੁਸੀਂ ਖਬਰ ਇੱਕ ਲਾਈ ਜਾਂਦੇ ਆ, ਲਗਾਤਾਰ ਹੀ ਲਾਈ ਜਾਂਦੇ ਆ ਉਹਨਾਂ ਦੇ ਕਹੇ ਤੇ, ਤਾਂ ਹਰ ਦੂਜੇ ਦਿਨ ਉਹ ਗਲਤ ਸਾਬਤ ਸਭ ਹੁੰਦੀ ਹੋ ਹੈ। ਜਾਂਦੀ। ਹੁਣ ਥੱਲੇ ਲਿਖਣ ਲੱਗ ਪਏ ਯੂਕਰੇਨੀਅਨ ਸੋਰਸਸ ਨੇ ਸਾਨੂੰ ਇਹ ਦੱਸਿਆ। ਹਰ ਖਬਰ ਦੇ ਵਿੱਚ ਜੀ ਜਦੋਂ ਵੀ ਯੂਕਰੇਨ ਵਾਲੇ ਖਬਰ ਭੇਜਦੇ ਆ ਉਹ ਜਿਹੜਾ ਕੋਈ ਵੀ ਨਿਊਜ਼ਪੇਪਰ ਜਾਂ ਮੀਡੀਆ ਵਾਲੇ ਆ ਉਹ ਦੱਸਦੇ ਆ ਕਿ ਯੂਕਰੇਨੀਅਨ ਸੋਰਸਸ ਕਹਿੰਦੇ ਅਸੀਂ ਬਖਮਤ ਲੈ ਲਿਆ। ਯੂਕਰੇਨੀਅਨ ਸੋਰਸਸ ਕਹਿੰਦੇ ਕਿ ਸਾਡਾ ਸਾਊਦਰਨ ਆਫੈਂਸਿਵ ਕਾਮਯਾਬ ਹੋ ਗਿਆ। ਉਹਨਾਂ ਦੇ ਮੋਢੇ ਤੇ ਰੱਖ ਦਿੰਦੇ ਗੱਲ। ਇਹਨਾਂ ਨੇ ਇਸ ਕਰਕੇ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਯੂਕਰੇਨੀਅਨ ਸੋਰਸਸ ਤਕਰੀਬਨ ਝੂਠੇ ਹੀ ਹੁੰਦੇ ਆ, ਤੇ ਇਹਦੇ ਨਾਲ ਲੋਕੀ ਸਮਝਦੇ ਆ ਵੀ ਤੁਸੀਂ ਜੇ ਨਹੀਂ ਦਿੰਦੇ ਤਾਂ ਫੇਰ ਲੋਕੀ ਸਮਝਦੇ ਵੀ ਤੁਸੀਂ ਝੂਠ ਬੋਲਦੇ। ਉਹਨਾਂ ਦੀ ਆਪਣਾ ਰੈਪੂਟੇਸ਼ਨ ਜਾਂਦਾ। ਭਰੋਸੇਯੋਗਤਾ ਖਤਮ ਹੁੰਦੀ ਹੈ ਜੀ ਇਹਦੇ ਨਾਲ। ਹੁਣ ਤੁਸੀਂ ਨਾਰਥ ਅਮਰੀਕਾ ਦੇ ਵਿੱਚ ਇਹਨਾਂ ਨੇ ਪੋਲ ਕਰਾਇਆ ਸੀ, ਕੋਈ 20% ਲੋਕੀ ਆ ਜਿਹੜੇ ਨਿਊਜ਼ਪੇਪਰਸ ਤੇ ਟੈਲੀਵਿਜ਼ਨ ਦੇ ਖਬਰਾਂ ਸੁਣ ਕੇ ਤੇ ਵਿਸ਼ਵਾਸ ਕਰਦੇ। 80% ਨੂੰ ਕੋਈ ਵਿਸ਼ਵਾਸ ਨਹੀਂ। ਬਿਲਕੁਲ। ਉਹ ਕਹਿੰਦੇ ਵੀ ਇਹ ਝੂਠ ਬੋਲਦੇ ਆ, ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਹਿੱਤ ਆ ਝੂਠ ਬੋਲਣਾ ਜੀ। ਸੋ ਜੇ 80% ਕਹਿੰਦੇ ਆ ਇਹਦਾ ਮਤਲਬ ਮੀਡੀਆ ਜਿਹੜੀ ਅਸੀਂ ਫੋਰਥ ਪਿਲਰ ਕਹਿੰਦੇ ਉਹ ਵੀ ਜਾਂਦੀ ਲੱਗੀ ਹੈ। ਬਿਲਕੁਲ। ਪਿਲਰ ਪਤਾ ਨਹੀਂ ਕਾਹਦਾ ਹੈ। ਡਾਕਟਰ ਸਾਹਿਬ, ਯੇਵਗੇਨੀ ਪ੍ਰਿਗੋਜ਼ਨ ਜਿਹੜੇ ਆ ਉਹਨਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਉਸ ਮਗਰੋਂ ਕਿਸ ਤਰ੍ਹਾਂ ਦੇ ਪ੍ਰਤੀਕਰਮ ਜਿਹੜੇ ਆ ਉਹ ਸਾਹਮਣੇ ਆਏ ਆ ਜੀ? ਇੱਕ ਤਾਂ ਉਹਨਾਂ ਦੀ ਦੱਸ ਦਿੱਤਾ ਉਹਨਾਂ ਨੇ ਆਟੋਪਸੀ ਕਰਕੇ ਕਿ ਹਾਂ ਉਹ ਵਾਕਿਆ ਹੀ ਮਾਰਿਆ ਗਿਆ, ਜ਼ਰਗੌਰ ਮਰੇ ਆ ਜੀ। ਵੈਗਨਰ ਗਰੁੱਪ ਦੇ ਚੀਫ ਉਹਨਾਂ ਤੇ ਕਿੰਤੂ ਪ੍ਰੰਤੂ ਤਾਂ ਵੈਸਟ ਦੇ ਵਿੱਚ ਤਾਂ ਹੈਗੇ ਹੀ ਆ ਜੀ। ਵੈਸੇ ਜਿਹੜਾ ਲੌਜੀਕਲ ਮਾਈਂਡ ਆ ਨਾ, ਜਿਹਦਾ ਸੋਚਦਾ ਆ, ਉਹਨਾਂ ਨੂੰ ਇਹ ਵੀ ਆ ਵੀ ਰਸ਼ੀਅਨ ਕੋਈ ਇੰਟੈਲੀਜੈਂਸ ਦਾ ਕੰਮ ਲੱਗਦਾ ਆ ਉਹਦੇ ਵਿੱਚ। ਇੱਕ ਉਹੋ ਹੀ ਨਹੀਂ ਕੱਲੇ ਵੈਗਨਰ ਗਰੁੱਪ ਦੇ ਚੀਫ ਜਿਹੜੇ ਆ ਉਹੋ ਹੀ ਨਹੀਂ ਮਰੇ, ਉਹਨਾਂ ਦੇ ਜਿਹੜੇ ਟੌਪ ਜਨਰਲ ਸੀ ਉਹ ਮਰੇ ਆ ਉਹਨਾਂ ਦੇ ਵਿੱਚ। ਮਤਲਬ ਉਹ ਸਾਰਾ ਜਿਹੜਾ ਗਰੁੱਪ ਸੀ, ਐਲੀਟ ਗਰੁੱਪ ਸੀ ਉਹਨਾਂ ਦਾ, ਉਹ ਸਾਰਾ ਐਲੀਮੀਨੇਟ ਕਰ ਦਿੱਤਾ। ਤੇ ਹੁਣ ਸੈਕੰਡਰੀ ਰੈਂਕ ਦੇ ਉਹਨਾਂ ਦੇ ਅਫਸਰ ਰਹਿੰਦੇ ਆ, ਤਾਂ ਉਹ ਰਹਿੰਦੇ ਆ ਬੈਲਾਰੂਸ ਦੇ ਵਿੱਚ। ਫਿਰ ਇਹ ਕਿਆ ਸਰਾਈਆਂ ਲਾਉਂਦੇ ਸੀ ਵੈਸਟ ਦੇ ਵਿੱਚ, ਕਈ ਬੰਦੇ ਜਿਹੜੇ ਕਨਸਪੀਰੇਸੀ ਥਿਊਰਿਸਟ ਹੈਗੇ ਨਾ, ਜਿਹੜੇ ਸਾਜ਼ਿਸ਼ਾਂ ਬਾਰੇ ਸੋਚਦੇ ਰਹਿੰਦੇ, ਹਰ ਚੀਜ਼ ਤੇ ਸਾਜ਼ਿਸ਼ ਆ, ਇਹ 'ਚ ਵੀ ਸਾਜ਼ਿਸ਼ ਆ, ਇਹ 'ਚ ਵੀ ਸਾਜ਼ਿਸ਼ ਆ। ਤੁਸੀਂ ਕਿਸੇ ਨੇ ਗੁਰਦੁਆਰੇ ਕੜਾ ਗਲਤ ਦੇਤਾ, ਇਹ 'ਚ ਵੀ ਹਿੰਦੁਸਤਾਨੀ ਗਵਰਨਮੈਂਟ ਦੀ ਸਾਜ਼ਿਸ਼ ਆ। ਹਰ ਗੱਲ ਤੇ ਸਾਜ਼ਿਸ਼। ਤੇ ਉਹ ਸਾਜ਼ਿਸ਼ੀ ਥਿਊਰੀ ਵਾਲੇ ਬੰਦੇ ਕਹਿੰਦੇ ਕਿ ਹੋ ਸਕਦਾ ਜੀ ਅਮਰੀਕਾ ਵਾਲਿਆਂ ਨੇ ਕਰਾਇਆ ਹੋਵੇ, ਕਿਉਂਕਿ ਬਲੇਮ ਲੱਗੂਗਾ ਪਿਊਟਨ ਨੂੰ, ਕਰਾਇਆ ਇਹਨਾਂ ਨੇ ਆ। ਤੇ ਇਹਦੇ ਨਾਲ ਜਿਹੜੇ ਸਿੰਪੈਥਾਈਜ਼ਰਸ ਆ ਉਹ ਵੈਗਨਰ ਗਰੁੱਪ ਦੇ ਰਸ਼ੀਆ ਦੇ ਵਿੱਚ, ਉਹ ਪਿਊਟਨ ਦੇ ਖਿਲਾਫ ਹੋਣਗੇ। ਇਹ ਜਿਹਦਾ ਫਾਰ-ਫੈਚਡ ਜਿਹੀ ਥਿਊਰੀ ਆ ਜੀ, ਇਹਦਾ ਲੱਗਦਾ ਤਾਂ ਹੈ ਨਹੀਂ, ਕਿਉਂਕਿ ਇਹ ਬਹੁਤੀਆਂ ਗੱਲਾਂ ਤੋਂ ਇਹ ਵੀ ਦੁਖੀ ਸੀ ਵੈਗਨਰ ਗਰੁੱਪ ਤੋਂ ਜੀ। ਹਾਲਾਂਕਿ ਇਹਨਾਂ ਨੂੰ ਪਤਾ ਹੁੰਦਾ ਸੀ ਕਿ ਕੀ ਕਰ ਰਹੇ ਆ, ਕੀ ਨਹੀਂ ਕਰ ਰਹੇ। ਹੁਣ ਪਿੱਛੇ ਜਿਹਾ ਸਭ ਤੋਂ ਪਹਿਲਾਂ ਨਾਈਜਰ ਦੇ ਵਿੱਚ ਜਦੋਂ ਹੋਇਆ ਉਹਨਾਂ ਦੇ ਕੂ ਜੀ, ਉਸ ਵੇਲੇ ਇਹਨਾਂ ਨੂੰ ਫਿਕਰ ਲੱਗਾ ਸੀ ਕਿ ਵੈਗਨਰ ਗਰੁੱਪ ਵਾਲੇ ਉੱਥੇ ਚਲ ਜਾਣੇ ਔਰ ਉਹਨਾਂ ਦੀ ਮਦਦ ਕਰਨਗੇ ਜੀ। ਅੱਜ ਗਬੋਨ ਦੇ ਵਿੱਚ ਮਿਲਟਰੀ ਦਾ ਰਾਜ ਪਲਟਾ ਹੋ ਗਿਆ ਜੀ। ਮੇਰਾ ਖਿਆਲ ਹੈ ਫਰਾਂਸ ਵਾਲਿਆਂ ਦੀ ਕਿਸਮਤ ਥੋੜੀ ਜਿਹੀ ਮਾੜੀ ਆ। ਜਿੰਨੀਆਂ ਉਹਨਾਂ ਦੀਆਂ ਫ੍ਰੈਂਚ ਕਾਲੋਨੀ ਸੀਗੇ ਨਾ, ਜਿੰਨੇ ਹੀ ਉਹਨਾਂ ਨੇ ਚਮਚੇ ਬਹਾ ਕੇ ਲਿਆਂਦੇ ਸੀ ਉੱਥੇ, ਹੁਣ ਵੀ ਉਹਨਾਂ ਦਾ ਚਮਚਾ ਜਦੋਂ ਇੱਥੋਂ ਛੱਡ ਕੇ ਆਏ, ਉਹਨਾਂ ਉਹੋ ਹੀ ਫੈਮਿਲੀ ਕੰਟਰੋਲ ਕਰੀ ਜਾਂਦੀ ਜਿੱਦਾਂ ਸਾਡੇ ਗਾਂ ਦੀ ਫੈਮਿਲੀ ਕੰਟਰੋਲ ਕਰਦੀ ਸੀ ਨਾ ਜੀ। ਇਹ ਗਬੋਨ ਦੇ ਵਿੱਚ ਵੀ ਜਿਹੜੀ ਪ੍ਰੋ ਫਰਾਂਸ ਦੀ, ਜਦੋਂ ਫਰਾਂਸ ਵਾਲੇ ਉਹਨੂੰ ਛੱਡ ਕੇ ਆਏ ਆ, ਉਹੋ ਹੀ ਪਰਿਵਾਰ ਅਜੇ ਤਾਈਂ ਪ੍ਰੈਜ਼ੀਡੈਂਸੀ ਕੰਟਰੋਲ ਕਰਦਾ ਹੈ ਜੀ। ਤੇ ਉਹਨੂੰ ਉਤਸ਼ਾਹਤ ਕਰਦੇ ਜੀ ਇਹ ਇਲੈਕਟਡ ਆ। ਉਹ ਇਲੈਕਟਡ ਉਹਨਾਂ ਨੇ ਮਾਰਿਆ ਚੱਕ ਕੇ ਸਵੇਰੇ, ਅੱਜ ਸਵੇਰੇ ਹੀ ਮਿਲਟਰੀ ਨੇ ਰਾਜ ਪਲਟਾ ਕੀਤਾ ਉੱਥੇ ਜੀ। ਬਰਕੀਨਾ ਫਾਸੋ, ਮਾਲੀ, ਨਾਈਜਰ, ਹੁਣ ਗਬੋਨ, ਜਿਹੜੀਆਂ ਫ੍ਰੈਂਚ ਕਾਲੋਨੀਜ਼ ਹੈ, ਸਾਰੀਆਂ ਫ੍ਰੈਂਚ ਕਾਲੋਨੀਜ਼ ਹੁੰਦੀਆਂ ਜੀ। ਤੇ ਇੱਥੇ ਫਰਾਂਸ ਦੀਆਂ ਐਕਚੁਅਲੀ ਆਪਣੇ ਫੌਜਾਂ ਵੀ ਆ ਜਿਹੜੀਆਂ ਇਸਲਾਮਿਕ ਟੈਰਰਿਸਟਾਂ ਨਾਲ ਲੜਦੀਆਂ ਹੈ ਜੀ। ਬਹਾਨਾ ਬਣਾਇਆ ਇਹਨਾਂ ਨੇ ਉੱਥੇ ਫੌਜਾਂ ਭੇਜਣ ਦਾ। ਤੇ ਨਾਈਜਰ ਵਾਲਿਆਂ ਨੇ ਤਾਂ ਕਹਿਤਾ ਵੀ ਸਾਡੇ ਇੱਥੋਂ ਕੱਢੋ, ਮਾਲੀ ਵਾਲਿਆਂ ਨੇ ਤਾਂ ਦੂਜੇ ਬਰਕੀਨਾ ਫਾਸੋ ਵਾਲਿਆਂ ਨੇ ਹੁਣ ਕਿਹਾ
ਉਹ ਕਹਿੰਦੇ ਵੀ ਜੇ ਤੁਹਾਡੇ ਤੇ ਹਮਲਾ ਕੀਤਾ ਫਰਾਂਸ ਨੇ ਤਾਂ ਅਸੀਂ ਤੁਹਾਡੇ ਨਾਲ ਹੋਵਾਂਗੇ, ਜੁਆਇਨ ਕਰਾਂਗੇ ਤੁਹਾਨੂੰ। ਤੇ ਹੁਣ ਚੌਥਾ ਮੁਲਕ ਨਾਲ ਰਲ ਗਿਆ। ਤੇ ਇਹਨਾਂ ਸਾਰਿਆਂ ਦੇ ਵਿੱਚ ਵੈਗਨਰ ਗਰੁੱਪ ਦੀ ਪ੍ਰੈਜ਼ੈਂਸ ਵੀ ਹੁੰਦੀ ਸੀ ਜੀ। ਸੋ ਵੈਸਟ ਵਾਲੇ ਬਹੁਤਾ ਪਸੰਦ ਨਹੀਂ ਕਰਦੇ, ਭਾਵੇਂ ਲੋਕੀ ਕਹਿਣਗੇ ਵੀ ਉਹ ਪਿਊਟਨ ਦੇ ਖਿਲਾਫ ਸੀ। ਪਿਊਟਨ ਦੇ ਖਿਲਾਫ ਹੋਣ ਦਾ ਮਤਲਬ ਇਹ ਨਹੀਂ ਵੀ ਉਹ ਰਸ਼ੀਆ ਦੇ ਖਿਲਾਫ ਸੀ ਜੀ। ਉਹ ਵੀ ਰਸ਼ੀਅਨ ਪੈਟਰੀਓਟ ਹੋ ਸਕਦਾ, ਬਿਲਕੁਲ, ਪਰ ਹੋ ਸਕਦਾ ਪਿਊਟਨ ਦੇ ਜ਼ਰੂਰ ਖਿਲਾਫ ਸੀ। ਤੇ ਕਈ ਕਿਆਸਰਾਈਆਂ ਵੀ ਲੱਗਦੀਆਂ ਸੀ ਕਿ ਅਗਲੀ ਵਾਰ ਨੂੰ ਉਹ ਪ੍ਰੈਜ਼ੀਡੈਂਟ ਦੀ ਚੋਣ ਲੜਨਗੇ ਜੀ। ਤੇ ਹੁਣ ਤਾਂ ਸ਼ਾਇਦ ਬਹਿਸ ਚੋਂ ਹੀ ਲੜਨਗੇ ਉੱਥੇ। ਦੇਖੋ ਡਾਕਟਰ ਸਾਹਿਬ, ਸਵਿਸ ਦੇ ਰੱਖਿਆ ਮੰਤਰੀ ਨੇ ਸਰਕਾਰੀ ਮਾਲਕੀ ਵਾਲੇ ਇੱਕ ਠੇਕੇਦਾਰ ਦੇ ਜਿਹੜਾ ਜਰਮਨ ਵਿਚੋਲਾ ਸੀ, ਉਹਨੇ ਯੂਕਰੇਨ ਨੂੰ ਟੈਂਕ ਵੇਚਣ ਦੀ ਇੱਕ ਵਾਰੀ ਕੋਸ਼ਿਸ਼ ਕੀਤੀ, ਉਹਦੀ ਜਾਂਚ ਕਰਾਉਣ ਨੂੰ ਸਹਿਮਤੀ ਦਿੱਤੀ ਹੈ ਜੀ। ਸਵਿਟਜ਼ਰਲੈਂਡ ਵਾਲੇ ਨਾ, ਇਹਨਾਂ ਨੇ ਵਰਲਡ ਵਾਰ 1 ਚ ਵਰਲਡ ਵਾਰ 2 ਦੇ ਵਿੱਚ ਹਮੇਸ਼ਾ ਹੀ ਆਪਣੀ ਨਿਊਟਰੈਲਿਟੀ ਰੱਖੀ ਕਿ ਕਿਸੇ ਵੀ ਅਲਾਈਅੰਸ ਨੂੰ ਅਸੀਂ ਜੁਆਇਨ ਨਹੀਂ ਕਰਨਾ। ਇਨਫੈਕਟ ਇਹਨਾਂ ਦੀ ਬੈਂਕਿੰਗ ਸਿਸਟਮ ਤਾਂ ਹੀ ਵਧੀਆ ਆ ਜੀ, ਇਹ ਹਾਰਿਆਂ ਨੂੰ ਵੀ ਪੈਸੇ ਦਿੰਦੇ ਰਹੇ ਆ, ਜਿੱਤਿਆਂ ਨੂੰ ਵੀ ਪੈਸੇ ਦਿੰਦੇ ਰਹੇ ਜੀ। ਦੋਹਾਂ ਪਾਸਿਆਂ ਨੂੰ ਜਿਹਨੇ ਕੁਛ ਪੈਸੇ ਰੱਖਦੇ ਆ। ਆਧਾਰ ਲੈਣੇ ਹੁੰਦੇ ਸੀ ਇਹਨਾਂ ਤੋਂ ਲੈਂਦੇ ਹੁੰਦੇ ਸੀ। ਨਾਜ਼ੀਆਂ ਨੂੰ ਵੀ ਇਹਨਾਂ ਨੇ ਆਧਾਰ ਦੇ ਦੇਣਾ ਤਾਂ ਐਲਾਈਡ ਫੋਰਸਸ ਨੂੰ ਵੀ ਆਧਾਰ ਦੇ ਦੇਣਾ। ਵਰਲਡ ਵਾਰ 2 ਤੋਂ ਵਰਲਡ ਵਾਰ 1 ਤੋਂ ਬਾਅਦ ਇੱਕ ਹੱਸਦੇ ਹੁੰਦੇ ਸੀ, ਉਹ ਕਹਿੰਦੇ ਵੀ ਜਿਹੜੇ ਵੈਸਟਰਨ ਕੰਟਰੀਜ਼ ਆ, ਇਹਨਾਂ ਨੇ ਜਿਹੜਾ ਲੋਨ ਲਿਆ ਸੀ ਇੰਗਲੈਂਡ ਵਾਲਿਆਂ ਨੇ, ਅਮਰੀਕਾ ਵਾਲਿਆਂ ਨੇ, ਫਰਾਂਸ ਵਾਲਿਆਂ ਨੇ, ਇੱਥੋਂ ਸਵਿਟਜ਼ਰਲੈਂਡ ਤੋਂ, ਉਹਦੀਆਂ ਪੇਮੈਂਟਸ ਬਾਅਦ ਵਿੱਚ ਇਹਨਾਂ ਨੇ ਜਰਮਨੀ ਤੋਂ ਲਈਆਂ। ਜਰਮਨੀ ਤੇ ਲਾਤਾ ਨਾ ਵੀ ਤੁਸੀਂ ਲੜਾਈ ਸ਼ੁਰੂ ਕੀਤੀ ਸੀ, ਤੁਸੀਂ ਉਹਨਾਂ ਨੂੰ ਸਾਨੂੰ ਇੰਡੈਮਨਿਟੀ ਦਿਓ, ਸਾਨੂੰ ਉਹਦੀਆਂ ਪੇਮੈਂਟਸ ਦਿਓ ਜੀ। ਫਿਰ ਜਰਮਨ ਵਾਲੇ ਐਕਚੁਅਲੀ ਸਵਿਸ ਬੈਂਕਾਂ ਤੋਂ ਉਧਾਰਾ ਲੈ ਕੇ ਤਾਂ ਉਹ ਦਿੰਦੇ ਸੀ ਵੈਸਟਰਨ ਕੰਟਰੀਜ਼ ਨੂੰ, ਇੰਗਲੈਂਡ ਵਗੈਰਾ ਨੂੰ। ਇਹ ਉਹੀ ਪੈਸੇ ਜਿਹੜੇ ਸਵਿਟਜ਼ਰਲੈਂਡ ਨੂੰ ਵਾਪਸ ਕਰ ਦਿੰਦੇ ਸੀ ਵੀ ਜਿਹੜਾ ਪਹਿਲਾਂ ਕਰਜ਼ਾ ਲਿਆ ਉਹਦੀਆਂ ਕਿਸ਼ਤਾਂ ਚੱਕੋ। ਸੋ ਇਹਨਾਂ ਦੀ ਰੁਪਈਆ ਇਹਨਾਂ ਦਾ ਘੁੰਮ ਕੇ ਮੁੜ ਆਉਂਦਾ ਹੁੰਦਾ ਸੀ, ਕਾਗਜ਼ੀ ਲੈਣ ਦੇਣ ਹੋ ਜਾਂਦੇ। ਇਹਦੇ ਵਿੱਚ ਸਵਿਟਜ਼ਰਲੈਂਡ ਨੂੰ ਇਹ ਫਾਇਦਾ ਰਿਹਾ ਤੇ ਹੁਣ ਤੱਕ ਵੀ ਉਹਨਾਂ ਨੇ ਇਹੀ ਫਾਇਦਾ ਰੱਖਿਆ ਜੀ। ਈਵਨ ਜਦੋਂ ਸੈਂਕਸ਼ਨ ਦੀ ਗੱਲ ਚੱਲੀ ਹੈ ਰਸ਼ੀਆ ਦੇ ਖਿਲਾਫ, ਉਹਨਾਂ ਨੇ ਕਿਹਾ ਵੀ ਅਸੀਂ ਹਮੇਸ਼ਾ ਨਿਊਟਰਲ ਰਹਿੰਦੇ ਆ, ਸਾਡਾ ਨਾ ਇੱਧਰ ਆ ਨਾ ਉੱਧਰ ਆ, ਅਸੀਂ ਦੋਹਾਂ ਨਾਲ ਡੀਲ ਕਰਦੇ ਆ। ਬਿਲਕੁਲ। ਉਹਨਾਂ ਦੀਆਂ ਬੈਂਕਸ ਦੇ ਵਿੱਚ ਰਸ਼ੀਆ ਵਾਲਿਆਂ ਦਾ 200 ਬਿਲੀਅਨ ਤੋਂ ਵੱਧ ਪੈਸਾ ਪਿਆ। ਜੇ ਨੁਕਸਾਨ ਕਰ ਸਕਦੇ ਸੀ ਤਾਂ ਸਵਿਟਜ਼ਰਲੈਂਡ ਵਾਲੇ ਕਰ ਸਕਦੇ ਸੀ ਜੇ ਉਹ ਸੈਂਕਸ਼ਨ ਲਾਉਂਦੇ। ਉਹਨਾਂ ਨੇ ਕਿਹਾ ਨਹੀਂ, ਅਸੀਂ ਨਹੀਂ ਲਾਉਣੇ ਸੈਂਕਸ਼ਨ ਕਿਸੇ ਤੇ, ਨਾ ਪਹਿਲਾਂ ਲਾਏ ਆ ਨਾ ਹੁਣ ਲਾਉਣੇ, ਤਾਂ ਹੀ ਸਾਡੀਆਂ ਬੈਂਕਾਂ ਤਕੜੀਆਂ। ਅਸੀਂ ਸਾਡੇ ਗਰੰਟੀ ਆ ਵੀ ਜੋ ਮਰਜ਼ੀ ਹੋ ਜਾਵੇ ਦੁਨੀਆ ਦੇ ਵਿੱਚ, ਅਸੀਂ ਤੁਹਾਡੇ ਪੈਸੇ ਨੂੰ ਹੱਥ ਨਹੀਂ ਲਾਉਂਦੇ, ਤੁਹਾਡਾ ਪੈਸਾ ਸੁਰੱਖਿਅਤ ਆ ਜੀ ਸਵਿਸ ਬੈਂਕਾਂ ਦੇ ਵਿੱਚ। ਤੇ ਹੁਣ ਉੱਥੇ ਸਵਿਟਜ਼ਰਲੈਂਡ ਵਾਲੇ ਐਕਚੁਅਲੀ ਵੈਪਨ ਵੀ ਬਹੁਤ ਬਣਾਉਂਦੇ ਆ। ਜਿਹੜੀ ਵੀ ਕੰਟਰੀ ਨੇ ਪੇਟੈਂਟ ਲਿਆ ਹੈ ਨਾ, ਜੇ ਚਾਹੇ ਉਹ ਟੈਂਕ ਬਣਾਉਂਦੇ ਆ, ਆਰਮਰਡ ਕੋਰ ਦੀ ਵਹੀਕਲ ਬਣਾਉਂਦੇ ਆ, ਜਾਂ ਕੋਈ ਰਾਈਫਲ ਬਣਾਉਂਦੇ ਆ, ਜਿਹਦੇ ਹੱਥ 'ਚ ਪੇਟੈਂਟ ਆ, ਉਹ ਹਥਿਆਰ ਤਾਂ ਦੂਸਰਿਆਂ ਨੂੰ ਵੀ ਵੇਚ ਦਿੰਦੇ ਆ ਵੀ ਚਲੋ ਤੁਸੀਂ ਟੈਂਕ ਲੈ ਲਓ, ਤੁਸੀਂ ਟੈਂਕ ਲੈ ਲਓ। ਪਰ ਉਹ ਜਿਹੜਾ ਮੁਲਕ ਜਿਹੜਾ ਉਹਨਾਂ ਦੇ ਹਥਿਆਰ ਲੈਂਦਾ ਆ, ਉਹ ਅੱਗੇ ਜਾ ਕੇ ਐਕਸਪੋਰਟ ਨਹੀਂ ਕਰ ਸਕਦਾ। ਉਹਨਾਂ ਤੇ ਇਹ ਪਾਬੰਦੀ ਲਾਉਂਦੇ ਆ ਵੀ ਤੁਸੀਂ ਸਾਡੇ ਟੈਂਕ ਵਰਤ ਸਕਦੇ ਆ, ਪਰ ਤੁਸੀਂ ਇਹਨਾਂ ਨੂੰ ਅੱਗੇ ਐਕਸਪੋਰਟ ਨਹੀਂ ਕਰ ਸਕਦੇ। ਜਿਵੇਂ ਯੂਕਰੇਨ ਵਾਲੇ ਮਸਲੇ 'ਚ ਹੋਇਆ ਸੀਗਾ ਬਹੁਤ ਥਾਈਂ, ਯੂਕਰੇਨ ਵਾਲੇ ਮਸਲੇ ਦੇ ਵਿੱਚ ਹੋਇਆ ਨਾ, ਕਈਆਂ ਕੰਟਰੀਜ਼ ਨੇ ਨਾ ਕਰ ਦਿੱਤੀ ਸੀ। ਤਾਂ ਹੁਣ ਇੱਥੇ ਸਵਿਸ ਹੀ ਬੰਦਾ ਆਇਆ ਕੋਈ, ਉਹਨੇ ਆਪਣੇ ਪਹਿਲਾਂ ਹਥਿਆਰ ਭੇਜੇ ਵੈਸਟ ਜਰਮਨੀ ਨੂੰ, ਉੱਥੋਂ ਫਿਰ ਭੇਜਣ ਦੀ ਕੋਸ਼ਿਸ਼ ਕਰਨ ਲੱਗਾ ਸੀ ਯੂਕਰੇਨ ਨੂੰ, ਉੱਥੇ ਫੜ ਲਿਆ ਇਹਨਾਂ ਨੇ ਵੀ ਤੂੰ ਇੱਥੋਂ ਸਾਡੇ ਤੋਂ ਚੋਰੀ ਇੱਥੋਂ ਤਾਂ ਲੈ ਕੇ ਗਿਆ ਵੀ ਜਰਮਨੀ ਨੂੰ ਚਾਹੀਦੇ, ਜਰਮਨੀ ਦੇ ਵਿੱਚੋਂ ਯੂਕਰੇਨ ਨੂੰ ਭੇਜ ਰਿਹਾ ਸੀ। ਸੋ ਉਹਨਾਂ ਦੇ ਜਿਹੜੀ ਬੈਨ ਕੀਤੀ, ਉਹਨਾਂ ਨੇ ਕਿਹਾ ਵੀ ਨਹੀਂ, ਸਾਡੇ ਹਥਿਆਰ ਯੂਕਰੇਨ ਦੇ ਵਿੱਚ ਨਹੀਂ ਜਾਣਗੇ। ਜਿੰਨੇ ਵੀ ਪੇਟੈਂਟ ਸਵਿਟਜ਼ਰਲੈਂਡ ਦੇ ਕੋਲ ਆ, ਉਹਨਾਂ ਦਾ ਕੋਈ ਵੀ ਹਥਿਆਰ ਉੱਥੇ ਯੂਕਰੇਨ ਨਹੀਂ ਜਾਣ ਦਿੱਤਾ ਉਹਨਾਂ ਨੇ। ਉਹ ਕਹਿੰਦੇ ਸਾਡੀ ਜਿਹੜੀ ਨਿਊਟਰੈਲਿਟੀ ਆ ਨਾ, ਉਹ ਫਿਰ ਖਤਮ ਹੁੰਦੀ ਹੈ। ਨਿਊਟਰੈਲਿਟੀ ਦਾ ਮਤਲਬ ਸਿੱਧਾ ਹੀ ਆ ਵੀ ਅਸੀਂ ਵੈਸਟ ਵਾਲਿਆਂ ਦੇ ਵੀ ਪੈਸੇ ਲੈ ਲੈਂਦੇ ਆ ਤਾਂ ਅਸੀਂ ਈਸਟ ਵਾਲਿਆਂ ਦੇ ਵੀ ਪੈਸੇ ਲੈ ਲੈਂਦੇ। ਬਿਲਕੁਲ ਅਸੀਂ ਤਾਂ ਸਾਂਝੇ ਬਣ ਕੇ ਰਹਿਣਾ ਜੀ। ਸੋ ਡਾਕਟਰ ਸਾਹਿਬ, ਇੱਕ ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ
ਜਿਹੜੇ ਯੂਰਪੀਅਨ ਆਗੂ ਉਹ ਚਿੰਤਤ ਨੇ ਕਿ ਬਾਈਡਨ ਅਗਲੇ ਸਾਲ ਯੂਕਰੇਨ ਨੂੰ ਕਹਿੰਦੇ ਸ਼ਾਂਤੀ ਵਾਰਤਾ ਵਾਲੇ ਪਾਸੇ ਨੂੰ ਲਿਜਾ ਸਕਦੇ ਨੇ। ਡਿਪਲੋਮੈਟਸ ਜਿਹੜੇ ਆ ਨਾ ਯੂਰਪੀਅਨ ਯੂਨੀਅਨ ਦੇ, ਉਹ ਖਾਦਸ਼ਾ ਜ਼ਾਹਰ ਕਰਦੇ ਕਿ ਦੇਖੋ ਅਸੀਂ ਸਾਨੂੰ ਤਾਂ ਪ੍ਰੈਸ਼ਰ ਪਾਇਆ, ਸਾਡੇ ਤੇ ਅਮਰੀਕਾ ਨੇ ਪ੍ਰੈਸ਼ਰ ਪਾਇਆ ਵੀ ਤੁਸੀਂ ਜੀ ਯੂਕਰੇਨ ਦੀ ਹੈਲਪ ਕਰਨੀ। ਹਾਲਾਂਕਿ ਜੇ ਆਇਲ ਐਂਡ ਗੈਸ ਦੀ ਇਸ਼ੂ ਸਿਰਫ ਲੈਣੀ ਹੈ, ਸਭ ਤੋਂ ਜ਼ਿਆਦਾ ਉਹ ਰਸ਼ੀਆ ਵਾਲੇ ਸਪਲਾਈ ਕਰ ਸਕਦੇ ਆ। ਉਹਦਾ ਕਰਕੇ ਉਹਨਾਂ ਦੀ ਜਾਨ ਸੁੱਖ ਹੋ ਜਾਂਦੀ ਹੈ ਕਿ ਇੱਕ ਤਾਂ ਲੋਕਾਂ ਨੂੰ ਆਪਣੇ ਗੈਸ ਮਿਲਦਾ ਰਹਿੰਦਾ ਹੈ, ਸਾਰੀਆਂ ਚੀਜ਼ਾਂ ਮਿਲਦੀਆਂ ਰਹਿੰਦੀਆਂ, ਹੋਰ ਐਗਰੀਕਲਚਰ ਪ੍ਰੋਡਕਟ ਭੇਜਦੇ ਹੋ, ਤੇ ਦੂਸਰਾ ਉਹ ਸਸਤਾ ਦਿੰਦੇ ਆ। ਦੋ ਹੀ ਚੀਜ਼ਾਂ ਹੁੰਦੀਆਂ ਨਾ ਲੋਕਾਂ ਨੂੰ। ਹੁਣ ਜਿੱਦਾਂ ਇੰਗਲੈਂਡ ਵਾਲੇ ਕਹਿੰਦੇ ਸੀ ਵੀ ਸ਼ਾਮ ਨੂੰ ਨਹਾਇਆ ਨਾ ਕਰੋ, ਲੋਕੀ ਫਿਰ ਗਰਮ ਪਾਣੀ ਯੂਜ਼ ਕਰਦੇ ਵੀ ਸ਼ਾਮ ਨੂੰ ਨਹਾਇਆ ਨਾ ਕਰੋ, ਤੁਸੀਂ ਇੱਕ ਵਾਰੀ ਨਹਾ ਕੇ ਤਾਂ ਬਸ ਠੀਕ ਹੈ, ਸਵੇਰ ਨੂੰ ਸਾਫ਼ ਕਰ ਲਿਆ ਕਰੋ। ਕੈਨ ਯੂ ਇਮੇਜਿਨ ਵੀ ਮਾਡਰਨ ਜ਼ਮਾਨੇ ਦੇ ਵਿੱਚ ਸਰਕਾਰਾਂ ਕਹਿ ਰਹੀਆਂ ਵੀ ਤੁਸੀਂ ਨਹਾਇਆ ਨਾ ਕਰੋ। ਜਾਂ ਇੱਕ ਵਾਰੀ ਯੂਰਪੀਅਨ ਯੂਨੀਅਨ ਦੇ ਕਮਿਸ਼ਨਰ ਕਹਿੰਦਾ ਸੀ ਵੀ ਠੰਡੇ ਪਾਣੀ ਨਾਲ ਨਹਾਇਆ ਕਰੋ। ਹੁਣ ਯੂਰਪ ਦੇ ਵਿੱਚ ਤਾਂ ਮੈਨੂੰ ਪਤਾ ਨਹੀਂ ਵੀ ਇੱਥੇ ਠੰਡੇ ਪਾਣੀ ਨਾਲ ਨਹਾਉਣਾ ਬੜਾ ਮੁਸ਼ਕਲ ਹੈ, ਬੰਦਾ ਜੰਮ ਜਾਊਗਾ, ਇੰਨਾ ਠੰਡਾ ਪਾਣੀ ਹੈ। ਬਿਲਕੁਲ। ਤੇ ਉੱਥੇ ਠੰਡੇ ਪਾਣੀ ਦੇ ਨਾਲ ਕਿੰਨੇ ਕੁ ਨਹਾ ਸਕਦੇ ਆ। ਤਕਲੀਫਾਂ ਤਾਂ ਉਹਨਾਂ ਨੂੰ ਯੂਰਪੀਅਨ ਯੂਨੀਅਨ ਦੇ ਮੈਂਬਰਸ ਨੂੰ ਝੱਲਣੀਆਂ ਪੈ ਰਹੀਆਂ। ਹੁਣ ਉਹ ਕਹਿੰਦੇ ਵੀ ਦੇਖੋ ਸਾਨੂੰ ਤਾਂ ਫਸਾਤਾ, ਸਾਡੇ ਕੋਲ ਤਕਲੀਫ ਆ ਰਹੀ ਆ, ਅਸੀਂ ਸਭ ਕੁਝ ਝੋਖੀ ਜਾਂਦੇ ਆ ਯੂਕਰੇਨ ਲਈ। ਪਰ ਅਮਰੀਕਾ ਵਾਲਿਆਂ ਦੀ ਇਦਾਂ ਦੀ ਗੱਲਬਾਤ ਲੱਗਦੀ ਆ ਵੀ ਇਹਨਾਂ ਨੇ ਆਪਣੀ ਇਲੈਕਸ਼ਨ ਨਾਲ ਦੇਖਣਾ ਕਿਉਂਕਿ ਇਲੈਕਸ਼ਨ ਵਾਲੇ ਦਿਨਾਂ ਦੇ ਵਿੱਚ ਜੇ ਜੋ ਬਾਈਡਨ ਨੂੰ ਇਹ ਲੱਗੇ ਕਿ ਮੈਂ ਤਾਂ ਜਿੱਤਦਾ ਆ ਕਿ ਜੇ ਇਹਨਾਂ ਦੀ ਲੜਾਈ ਖਤਮ ਹੋਵੇ, ਕਿਉਂਕਿ ਬਹੁਤ ਅਮਰੀਕਨ ਵੀ ਇਹ ਸੋਚਦੇ ਆ ਵੀ ਜੇ ਆ ਸੈਂਕਸ਼ਨ ਨਾ ਲੱਗੇ ਹੋਣ ਤਾਂ ਬਹੁਤੀਆਂ ਚੀਜ਼ਾਂ ਸਸਤੀਆਂ ਹੋਣ ਇੱਥੇ। ਤੇ ਫਿਰ ਦੂਸਰਾ ਅਸੀਂ ਇਹਨਾਂ ਨੂੰ $100 ਬਿਲੀਅਨ ਤੋਂ ਵੱਧ ਦਾ ਸਮਾਨ ਭੇਜ ਚੁੱਕੇ ਹਾਂ, ਜਿਹੜਾ ਕਿ ਸਾਨੂੰ ਇੱਥੇ ਚਾਹੀਦਾ ਸੀ ਪੈਸਾ। ਬਿਲਕੁਲ। ਸੋ ਉਹ ਕਹਿੰਦੇ ਕਿ ਜੋ ਬਾਈਡਨ ਨੇ ਤੁਹਾਨੂੰ ਪੁੱਛਣਾ ਨਹੀਂ, ਨਾ ਸਾਨੂੰ ਪੁੱਛਣਾ ਹੈ ਕਿ ਅਮਰੀਕਨ ਹਿੱਤ ਕੀ ਆ ਜੀ। ਉਹ ਤਾਂ ਸਿਰਫ ਇਹੀ ਦੇਖਦੇ ਕਿ ਮੇਰੇ ਹਿੱਤ ਦੇ ਵਿੱਚ, ਅਮਰੀਕਾ ਦੇ ਵੀ ਹਿੱਤ ਦੇ ਵਿੱਚ ਨਹੀਂ ਦੇਖਣਾ, ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਦੇ ਹਿੱਤ ਦੇ ਵਿੱਚ ਕੀ ਆ। ਤਾਂ ਉਹਦੇ ਹਿੱਤ ਵਿੱਚ ਹੋ ਸਕਦਾ ਜਿੱਦਾਂ ਦੀ ਇਹ ਪ੍ਰੈਸ਼ਰ ਪਾ ਰਿਹਾ ਹੈ ਜ਼ੈਲੈਂਸਕੀ ਤੇ ਤੂੰ ਇੱਥੇ ਜਾ ਕੇ ਅਟੈਕ ਕਰ, ਤੂੰ ਉੱਥੇ ਜਾ ਕੇ ਅਟੈਕ ਕਰ, ਏਦਾਂ ਕਾਊਂਟਰ ਡਿਫੈਂਸਿਵ ਕਰਨਾ, ਉਦਾਂ ਕਰਨਾ ਆ। ਕਹਿੰਦਾ ਵੀ ਇਹਨਾਂ ਦੀ ਟ੍ਰੈਂਡ ਏਦਾਂ ਦਾ ਲੱਗਦਾ ਆ ਵੀ ਇਹਨਾਂ ਨੇ ਉਹਨੂੰ ਸਮਝੌਤਾ ਕਰਨ ਲਈ ਵੀ ਮਨਾ ਲੈਣਾ। ਮਨਾਉਣ ਦੀ ਲੋੜ ਨਹੀਂ, ਮਤਲਬ ਬਾਂਹ ਮਰੋੜ ਦੇਣੀ ਇਹਨਾਂ ਨੇ, ਕਹਿਣਾ ਹੀ ਹੈ ਬਸ। ਜ਼ੈਲੈਂਸਕੀ ਕੁਝ ਨਹੀਂ ਕਰ ਸਕਦਾ ਜੇ ਜੋ ਬਾਈਡਨ ਕੱਲ ਨੂੰ ਕਹਿ ਦੇਵੇ ਉਹਨੂੰ ਵੀ ਭਾਈ ਉੱਠ ਕੇ ਜਾ ਕੇ ਨੈਗੋਸ਼ੀਏਟ ਕਰ। ਤੇਰਾ ਜਿਹੜੀ ਆ ਗੱਲ ਕੀਤੀ ਹੈ ਨਾ ਪਿਊਟਨ, ਜਿੰਨਾ ਚਿਰ ਕਹਿੰਦਾ ਸੀ ਪਿਊਟਨ ਆ, ਉਹਨਾਂ ਚਿਰ ਮੈਂ ਨੈਗੋਸ਼ੀਏਟ ਨਹੀਂ ਕਰੂੰਗਾ। ਅੱਛਾ, ਇਹ ਬੜੀ ਵੱਡੀ ਸਟੇਟਮੈਂਟ ਹੈ। ਤੁਸੀਂ ਕਿੱਦਾਂ ਡਿਸਾਈਡ ਕਰੋਗੇ ਕਿ ਪਿਊਟਨ ਪ੍ਰੈਜ਼ੀਡੈਂਟ ਨਾ ਰਵੇ ਉਹਨਾਂ ਦਾ, ਰਸ਼ੀਆ ਦਾ? ਇਹ ਤਾਂ ਰਸ਼ੀਆ ਦੇ ਲੋਕੀ ਡਿਸਾਈਡ ਕਰਨਗੇ। ਬਿਲਕੁਲ ਬਿਲਕੁਲ। ਕਿ ਉਹਨਾਂ ਨੇ ਪਿਊਟਨ ਨੂੰ ਰੱਖਣਾ ਕਿ ਹੋਰ ਕਿਸੇ ਨੂੰ ਰੱਖਣਾ। ਤੇ ਇਹਨਾਂ ਦੇ ਹਿੱਤ ਦੇ ਵਿੱਚ ਕੀ ਆ, ਇਹ ਇਲੈਕਸ਼ਨ ਪ੍ਰੋਸੈਸ ਡਿਸਾਈਡ ਕਰੂਗੀ ਅਮਰੀਕਾ ਦੀ ਕਿ ਲੋਕਾਂ ਦਾ ਰੁਝਾਨ ਕਿੱਧਰ ਨੂੰ। ਜੇ ਲੋਕੀ ਇਹ ਸੋਚਦੇ ਆ ਕਿ ਲੜਾਈ ਖਤਮ ਹੋਣੀ ਚਾਹੀਦੀ ਆ ਜੀ, ਤਾਂ ਉਸ ਵੇਲੇ ਹੀ ਪ੍ਰੈਜ਼ੀਡੈਂਟ ਯੂਐਸ ਦੇ ਇਹ ਕਹਿ ਦੇਣਗੇ ਕਿ ਭਾਈ ਦੇਖੋ ਹੁਣ ਸਮਾਂ ਆ ਗਿਆ ਵੀ ਤੁਸੀਂ ਨੈਗੋਸ਼ੀਏਟ ਕਰੋ, ਭਾਵੇਂ ਤੁਸੀਂ ਸੌਹਾਂ ਖਾਂਦੇ ਫਿਰਦੇ ਸੀ ਕਿ ਪਿਊਟਨ ਦੇ ਨਾਲ ਨਹੀਂ ਅਸੀਂ ਨੈਗੋਸ਼ੀਏਟ ਕਰਨਾ, ਪਰ ਇਸ ਵੇਲੇ ਤੁਹਾਨੂੰ ਕਰਨਾ ਹੀ ਪੈਣਾ। ਉਹ ਫਿਰ ਡਿਪਲੋਮੈਟਸ ਨੇ ਆਪਣੇ ਦੇਸ਼ਾਂ ਨੂੰ ਦੱਸਣ ਦੀ ਗੱਲ ਆ ਜੀ। ਉਹ ਕਹਿੰਦੇ ਕਿ ਤੁਸੀਂ ਵੀ ਇਸ ਗੱਲ ਲਈ ਤਿਆਰ ਰਹੋ। ਬਿਲਕੁਲ। ਅਮਰੀਕਾ ਵਾਲੇ ਜੇ ਕਰ ਸਕਦੇ ਆ, ਤੁਸੀਂ ਵੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਕਿਸੇ ਦੀ ਸ਼ਾਦੀ ਦੇ ਵਿੱਚ ਆਪ ਜਾ ਕੇ ਮਸਤਾਨੇ ਹੋ ਜਾਣਾ, ਵੀ ਉਹਨਾਂ ਕੇ ਨੱਚੋ ਜਿੰਨਾ ਕੋ ਘਰ ਵਾਲੇ ਨੱਚਦੇ ਆ। ਬਿਲਕੁਲ। ਤੁਸੀਂ ਉਹਨਾਂ ਦੇ ਕਹੇ ਜ਼ਿਆਦਾ ਨਾ ਨੱਚੋ। ਇਦਾਂ ਨਾ ਵੀ ਕਹੋ ਵੀ ਅਮਰੀਕਾ ਨੂੰ ਖੁਸ਼ ਕਰਨ ਲਈ ਅਸੀਂ ਉਹਨਾਂ ਤੇ ਆਹ ਸੈਂਕਸ਼ਨ ਲਾਤੇ, ਉਹ ਸੈਂਕਸ਼ਨ ਲਾਤੇ, ਆਹ ਦੇਤਾ ਯੂਕਰੇਨ ਨੂੰ, ਉਹ ਦੇਤਾ, ਤੇ ਕੱਲ ਨੂੰ ਅਮਰੀਕਾ ਵਾਲੇ ਉਹ ਤੁਹਾਡੇ ਥੱਲੇ ਰੱਗ ਕੱਢਣ। ਬਿਲਕੁਲ। ਇੱਕਦਮ ਉਹ ਕਹਿਣ ਵੀ ਭਾਈ ਜ਼ੈਲੈਂਸਕੀ ਵੀ ਜਾ ਸਮਝੌਤੇ ਤੇ ਸਾਈਨ ਕਰ। ਜ਼ੈਲੈਂਸਕੀ ਦੀ ਕੋਈ ਹਿੰਮਤ ਨਹੀਂ ਉਹਦੀ ਅਮਰੀਕਾ ਵਾਲਿਆਂ ਨੂੰ ਨਾ ਕਰਨ ਦੀ ਜੀ। ਸੋ ਇਹ ਸਿਰਫ ਇੱਕ ਵਾਰਨਿੰਗ ਆ
ਆਪਣੇ ਦੇਸ਼ਾਂ ਨੂੰ, ਉਹਨਾਂ ਦੀ ਡਿਪਲੋਮੈਟਸ ਦੀ, ਕਿ ਭਾਈ ਸੋਚ ਕੇ ਕਦਮ ਚੁੱਕੋ। ਬਿਲਕੁਲ ਜੀ। ਸੋ ਡਾਕਟਰ ਸਾਹਿਬ ਅਸੀਂ ਬਸ ਆਖਰੀ ਪੜਾਅ ਤੇ ਹਾਂ ਬਿਲਕੁਲ, ਤੇ ਆਖਰੀ ਤੁਹਾਡੇ ਤੋਂ ਖਬਰ ਮੈਂ ਲੈਣੀ ਚਾਹੁੰਦਾ ਸੀ ਕਿ ਰਾਜਨੀਤੀ ਦੇ ਵਿੱਚ ਜਿਹੜਾ ਉਮਰ ਦਾ ਮੁੱਦਾ ਉਹ ਬਹੁਤ ਭਖਿਆ ਹੋਇਆ ਜੀ, ਔਰ ਉਹ ਜੋ ਬਾਈਡਨ ਦੀ ਉਮਰ ਤੇ ਫਿਟਨੈਸ ਕਹਿੰਦੇ ਵੀ ਅਗਲੀ ਪਾਰੀ ਚ ਅੜਿੱਕਾ ਬਣ ਸਕਦੀ ਹੈ। ਟਰੰਪ ਤਾਂ ਕਹਿ ਰਿਹਾ ਕਿ ਇਹਨਾਂ ਨੇ ਅਗਲੇ ਸਾਲ ਤਾਂ ਰਹਿਣਾ ਹੀ ਨਹੀਂ। ਅੱਛਾ, ਇਹ ਵਾਕਿਆ ਹੀ ਭਖਦੀ ਆ ਗੱਲ। ਤੁਸੀਂ ਕਾਂਗਰਸ ਦੇ ਮੈਂਬਰਸ ਵੀ ਦੇਖਦੇ ਆ, ਬਹੁਤ ਲੀਡਰਸ ਇਦਾਂ ਦੇ ਆ ਵੀ ਜਿੰਨਾ ਚਿਰ ਮਰਦੇ ਨਹੀਂ ਉਹਨਾਂ ਚਿਰ ਉਹ ਸੀਟ ਨਹੀਂ ਛੱਡਦੇ ਜੀ। ਇਹ ਇਕੱਲੇ ਹਿੰਦੁਸਤਾਨ ਦੀ ਗੱਲ ਹੀ ਨਹੀਂ, ਇੱਥੇ ਸਾਰੇ ਹੀ ਇਹ ਹਾਲ ਹੈ। ਜਿਹਦੇ ਹੱਥ ਕੁਰਸੀ ਆ ਜਾਂਦੀ ਹੈ ਉਹ ਛੱਡਦਾ ਨਹੀਂ। ਥੋੜੇ ਜਿਹੇ ਬੰਦੇ ਤੁਹਾਨੂੰ ਮਿਲਣਗੇ ਜਿਹੜੇ ਕਹਿਣਗੇ ਕਿ ਆਈ ਹੈਡ ਇਨਫ, ਹੁਣ ਇਸ ਕੰਮ ਨੂੰ ਛੱਡ ਕੇ ਮੈਂ ਕੋਈ ਹੋਰ ਕੰਮ ਕਰਨਾ। ਇਹ ਉਹ ਬੰਦੇ ਆ ਜਿਨ੍ਹਾਂ ਦੀ ਐਕਚੁਅਲੀ ਲਾਈਫ ਦੇ ਵਿੱਚ ਕੁਝ ਹੋਰ ਹੁੰਦਾ ਹੈ। ਜਿੱਦਾਂ ਲੋਇਡ ਐਕਸਪਰਦੀ ਸੀ, ਉਹ ਪੜ੍ਹੇ ਲਿਖੇ ਸੀ, ਉਹਨਾਂ ਨੇ ਆ ਕੇ ਉਹ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਬਣ ਗਿਆ ਵਿਨੀਪੈਗ ਦੇ ਵਿੱਚ। ਉਹਨਾਂ ਨੇ ਛੱਡ ਦਿੱਤਾ, ਵਿਦੇਸ਼ ਮੰਤਰੀ ਰਹੇ ਸਾਡੇ, ਮਤਲਬ ਵਿਦੇਸ਼ ਮੰਤਰੀ ਵੀ ਉੱਗੇ ਵਿਦੇਸ਼ ਮੰਤਰੀ, ਜਿਹੜੇ ਕਿ ਦੂਜੇ ਦੇਸ਼ਾਂ ਨੂੰ ਕਨਵਿੰਸ ਕਰਦੇ ਹੁੰਦੇ ਸੀ ਵੀ ਆਹ ਕਰੀਏ ਲੀਡ ਲੈਣ ਵਾਲੇ ਜੀ। ਤੇ ਉਹਨਾਂ ਦੇ ਕੋਲ PhD ਸੀ, ਉਹ ਪੜ੍ਹਾਉਂਦੇ ਹੁੰਦੇ ਸੀ ਪਹਿਲਾਂ ਜੀ, ਉਸ ਤੋਂ ਬਾਅਦ ਆ ਕੇ ਕੰਮ ਕਰਨ ਲੱਗ ਪਏ। ਤੇ ਜਿਨ੍ਹਾਂ ਦੇ ਕੋਲ ਕੁਝ ਹੈ ਹੀ ਨਹੀਂਗਾ, ਜਿਨ੍ਹਾਂ ਨੂੰ ਸਿਰਫ ਸੂਤ ਆਇਆ ਵੀ ਕੁਰਸੀ ਤੇ ਬੈਠੇ ਆ, ਉਹ ਤਾਂ ਉੱਥੋਂ ਆਉਣਗੇ ਤਾਂ ਬਕਸੇ ਦੇ ਵਿੱਚ ਬੰਦ ਹੋ ਕੇ ਆਉਣਗੇ ਜੀ ਜੀ। ਕਿਉਂਕਿ ਉਹਨਾਂ ਤਾਂ ਕਈ ਬੰਦੇ ਤਾਂ ਇੱਥੇ MP ਇਦਾਂ ਦੇ ਆ ਜਿਨ੍ਹਾਂ ਦੇ ਨਾਲ ਲੋਕਾਂ ਨੇ ਹੱਥ ਮਿਲਾਉਣੋਂ ਹਟ ਜਾਣਾ ਜੇ ਉਹ MP ਨਾ ਹੋਣ ਤਾਂ। ਫਿਰ ਉਹਨੂੰ ਲੱਗਦਾ ਵੀ ਹੱਥ ਕੇ ਨਾ ਮਿਲਾਵਾਂਗੇ, ਸਾਨੂੰ ਤਾਂ ਲੋਕਾਂ ਨੇ ਨਾ ਵਿਆਹ ਤੇ ਸੱਦਣਾ ਨਾ ਕੜਮਾਈ ਤੇ ਸੱਦਣਾ, ਉਦੋਂ ਬਾਅਦ ਕਰਾਂਗੇ ਵੀ ਕੀ। ਜਾਂ ਫਿਰ ਜੌਨ ਹਾਰਗਲੰਗ ਨੂੰ ਛੱਡਦੇ ਆ ਜੀ ਜਮਾ, ਜਦੋਂ ਬਿਮਾਰ ਹੋ ਗਿਆ ਜਾਂ ਵੀ ਹਾਂ, ਜਾਂ ਹੈਗਾ ਵੀ ਚੱਲ ਹੁਣ ਮੌਕਾ ਆ ਗਿਆ ਵੀ ਚੱਲ ਪੈਸੇ ਬਣਾਈਏ ਚਾਰ। ਉਹਨਾਂ ਨੇ ਬਿਮਾਰੀ ਦਾ ਕਰਕੇ ਨਹੀਂ ਛੱਡਿਆ, ਕਹਿੰਦੇ ਇਦਾਂ ਸੀ ਬਿਮਾਰੀ। ਹੁਣ ਜਿਹੜੀ ਕੋਲ ਕੰਪਨੀਆਂ ਦੇ ਬੋਰਡ ਤੇ ਬੈਠੇ ਆ ਉੱਥੇ ਜ਼ਿਆਦਾ ਪੈਸੇ ਬਣਾਉਣੇ ਆ। ਸਾਡੇ ਪ੍ਰਾਈਮ ਮਿਨਿਸਟਰ ਬ੍ਰਾਇਨ ਮਰੂਨੀ ਹੁੰਦੇ ਸੀ, ਉਹਨਾਂ ਤੇ ਚਾਰਜ ਲੱਗਾ ਸੀ ਕਿ ਉਹਨਾਂ ਨੇ ਇੱਕ ਜਹਾਜ਼ਾਂ ਦੀ ਡੀਲ ਕੀਤੀ, ਉਹਦੇ ਵਿੱਚ $90,000 ਖਾਦਾ ਉਹਨਾਂ ਨੇ। $90,000 ਅੱਜ ਕੱਲ੍ਹ ਕੋਈ ਵੱਡੀ ਗੱਲ ਨਹੀਂ ਹੈ। ਬਿਲਕੁਲ। ਤੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਹੋਈ, ਇਨਵੈਸਟੀਗੇਸ਼ਨ ਤੋਂ ਬਾਅਦ ਇਹਨੂੰ ਵੀ ਕੁਝ ਨਹੀਂ ਸਾਬਤ ਹੋਇਆ। ਜਿਹੜੀ ਰਿਸ਼ਵਤ ਲੈਂਦੇ ਇਸ ਲੈਵਲ ਤੇ, ਉੱਥੇ ਕਿੱਥੇ ਪਤਾ ਲੱਗਦਾ ਵੀ ਕਿਹਨੇ ਕਿੰਨੇ ਪੈਸੇ ਕਰ ਲਿਆ। ਉਸ ਵੇਲੇ ਚਲੋ ਉਹਨਾਂ ਦੀ ਤਨਖਾਹ ਘੱਟ ਹੁੰਦੀ ਸੀ, ਜੌਨ ਖਰਚੀਆ ਨੇ ਆ ਕੇ ਥੋੜੀ ਜਿਹੀ ਤਨਖਾਹ ਵਧਾਤੀ ਆ ਮਿਨਿਸਟਰਾਂ ਦੀ, ਪ੍ਰਾਈਮ ਮਿਨਿਸਟਰ ਦੀ। ਪਹਿਲਾਂ ਤਾਂ ਬਿਲਕੁਲ ਥੋੜੀ ਹੁੰਦੀ ਸੀ ਜੀ, MP ਦੀ ਤਨਖਾਹ ਬਿਲਕੁਲ ਘੱਟ ਹੁੰਦੀ ਸੀ। ਜਦੋਂ ਹੁਣ ਦੇਖਦੇ ਹਾਂ ਬ੍ਰਾਇਨ ਮਰੂਨੀ ਦੀ ਐਕਟੀਵਿਟੀਜ਼, ਕੋਈ ਦਰਜਨ ਤੋਂ ਉੱਪਰ ਕੰਪਨੀਆਂ ਦੇ ਉਹ ਬੋਰਡ ਆਫ ਡਾਇਰੈਕਟਰਸ ਤੇ ਅੱਜ ਕੱਲ ਆਪਣੀ ਤਨਖਾਹ ਨੂੰ ਕਿਤੇ 50 ਗੁਣਾ ਜ਼ਿਆਦਾ ਪੈਸੇ ਬਣਾਉਂਦੇ ਹੋਣੇ ਇੱਕ ਸਾਲ ਦੇ ਵਿੱਚ। ਰਿਟਾਇਰ ਹੋ ਕੇ ਜ਼ਿਆਦਾ ਫਾਇਦਾ ਹੁੰਦਾ ਬੰਦਿਆਂ ਨੂੰ ਪੈਸੇ ਦੇ ਤੌਰ ਤੇ। ਇੱਥੇ ਸਾਡੇ ਪ੍ਰੀਮੀਅਰ ਕ੍ਰਿਸਟੀ ਕਲਾਰਕ ਸੀਗੀ ਜੀ, ਯੂਨੀਵਰਸਿਟੀ ਦੇ ਵਿੱਚ ਕੋਈ ਕੋਰਸ ਨਹੀਂ ਪਾਸ ਕੀਤਾ, ਉਹ ਗ੍ਰੇਡ 12 ਜਿਹੜੀ ਹਾਈ ਸਕੂਲ ਦੀ ਗ੍ਰੈਜੂਏਟ ਸੀ, ਤਾਂ ਉਹਨੂੰ ਲਾਅ ਫਰਮ ਨੇ ਆਪਣੇ ਹਾਇਰ ਕੀਤਾ ਬਾਅਦ ਦੇ ਵਿੱਚ। ਕੈਨ ਯੂ ਇਮੇਜਿਨ ਵੀ ਜਿਹੜੀ ਲਾਅ ਫਰਮ ਦੀ ਬੋਰਡ ਆਫ ਡਾਇਰੈਕਟਰਸ ਨੇ ਉਹਨੂੰ ਹਾਇਰ ਕੀਤਾ, ਕਿਉਂਕਿ ਇੱਕ ਜਦੋਂ ਪ੍ਰੀਮੀਅਰ ਹੋਣੀ ਉਦੋਂ ਬਥੇਰੇ ਠੇਕੇ ਦਿੱਤੇ ਹੋਣੇ, ਜੱਜ ਬਣਾਏ ਹੋਣੇ ਉਹਨਾਂ ਦੇ ਬੰਦੇ, ਤੇ ਉਹ ਫਿਰ ਧੰਨਵਾਦ ਕਰਨ ਲਈ ਉਹਨਾਂ ਦਾ ਹੁੰਦਾ ਵੀ ਦੇਖੋ ਵੀ ਤੁਸੀਂ ਸਾਡੀ ਦੇਖਭਾਲ ਕੀਤੀ ਆ ਤੇ ਆਓ ਹੁਣ ਅਸੀਂ ਤੁਹਾਡੀ ਦੇਖਭਾਲ ਸਾਡਾ ਵੇਲਾ। ਤੇ ਹੁਣ ਉਹ ਬਣਾਉਂਦੇ ਹੋਣੇ ਆ ਮਿਲੀਅਨਸ ਆਫ ਡਾਲਰਸ ਜੀ। ਇਹ ਜਿਹੜੀ ਅਸੀਂ ਪਬਲਿਕਲੀ ਇਹ ਗੱਲ ਧਿਆਨ ਨਹੀਂ ਦਿੰਦੇ। ਦੇਖਣਾ ਚਾਹੀਦਾ ਵੀ ਜਿਹੜੇ ਪੁਰਾਣੇ ਅਫੀਸ਼ੀਅਲਸ ਸਾਡੇ, ਸਿਵਿਲੀਅਨਸ, ਮਿਲਟਰੀ ਦੇ ਅਫੀਸ਼ੀਅਲਸ, ਵੱਡੇ ਵੱਡੇ ਸਾਡੇ ਮਿਨਿਸਟਰਸ, ਪ੍ਰਾਈਮ ਮਿਨਿਸਟਰਸ, ਪ੍ਰੀਮੀਅਰਸ, ਇਹ ਬਾਅਦ ਦੇ ਵਿੱਚ ਆ ਕੇ ਕਿਹੜੀ ਕਾਰਪੋਰੇਸ਼ਨ ਤੇ ਬੈਠੇ ਜੀ। ਬਿਲਕੁਲ, ਉੱਥੋਂ ਪਤਾ ਲੱਗਦਾ ਵੀ ਇਹ ਸੇਵਾ ਕਿਹਦੀ ਕਰਦੇ ਜੀ। ਤੇ ਸਾਡਾ ਹੋ ਗਿਆ ਸਮਾਂ ਅੱਜ ਦੇ ਵਿਚਾਰ। ਸੋ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਖਵਾਜਾ ਫਰੀਦ ਮੁਹੰਮਦ ਵਾਰਿਸ ਨਾਨਕ ਬੁੱਲਾ ਬਾਬੂ ਲਾਲ। ਇਹ ਪੰਜਾਬੀ ਉੱਚੇ ਸੁੱਚੇ, ਇਸ ਸਰਦਾਰ ਪੰਜਾਬੀ ਨੇ
ਆਪਣੀ ਬੋਲੀ ਬੋਲਣ ਵੇਲੇ ਇਹਨਾਂ ਦਾ ਸਾਹ ਘੁੱਟਦਾ ਏ, ਆਪਣੀ ਬੋਲੀ ਬੋਲਣ ਵੇਲੇ ਇਹਨਾਂ ਦਾ ਸਾਹ ਘੁੱਟਦਾ ਏ, ਬਾਬਾ ਨਜ਼ਮੀ ਦੇ ਫਤਵਾ, ਉਹ ਗਦਾਰ ਪੰਜਾਬੀ ਨੇ, ਉਹ ਗਦਾਰ ਪੰਜਾਬੀ ਨੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਕਿਉਂਕਿ ਸਮਾਪਤੀ ਦਾ ਸਮਾਂ ਹੋ ਗਿਆ, ਮੈਨੂੰ ਬਲਦੇਵ ਸਿੰਘ ਭੰਮ ਨੂੰ ਵੀ ਦਿਓ ਇਜਾਜ਼ਤ। ਕੱਲ ਨੂੰ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਵਿੱਚ ਹੋਰ ਖਬਰਾਂ, ਕੋਈ ਹੋਰ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਡਾਕਟਰ ਸ਼ਿੰਦਰਪੁਰੇਵਾਲ ਜੀ ਦੇ ਨਾਲ ਉਹ ਵਿਸਥਾਰ ਜਿਹੜੇ ਹੈ ਉਹ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ, ਜਿਉਂਦੇ ਵਸਦੇ ਰਹੋ ਜੀ।